ਮੈਨੂੰ ਇਹ ਫੀਲ ਹੈ ਕਿਉਂਕਿ ਮੈਂ ਉਹ ਟਾਈਮ ਵੀ ਦੇਖਿਆ ਤੇ ਹੁਣ ਦਾ ਟਾਈਮ ਵੀ ਮੈਂ ਦੇਖਦਾ, ਕਿਉਂਕਿ ਪਿਛਲੇ 20 ਸਾਲਾਂ ਤੋਂ ਖਾਸ ਤੌਰ 'ਤੇ ਜਿਹੜੇ 40 ਸਾਲ ਤੋਂ ਥੱਲੇ ਦੀ ਉਮਰ ਦੇ ਹੈ ਉਹਨਾਂ ਨੇ ਕੋਈ ਕ੍ਰਾਈਸਿਸ ਦੇਖਿਆ ਨਹੀਂ ਜਿਹੜਾ ਅਸੀਂ ਦੇਖਿਆ। ਇੱਥੇ ਤੇ ਉਹ ਹੁਣ ਸਿਸਟਮ ਇਹ ਬਣ ਗਿਆ, ਨਾ ਲੋਕ ਸੜਕਾਂ ਤੇ ਆਉਣ ਜੋਗੇ ਆ, ਨਾ ਲੋਕਾਂ ਦੀ ਕੋਈ ਵੌਇਸ ਆ ਕਿਤੇ ਪਾਸਿਓਂ, ਨਾ ਮਤਲਬ ਭਾਰਤ ਤੇ ਗੁੱਬ ਗਵਾਰ ਤੇ ਕੱਢ ਲੈਂਦੇ ਆ ਨਾ ਰੌਲਾ ਪਾ ਕੇ। ਇੱਥੇ ਤੇ ਉਹ ਵੀ ਪ੍ਰਥਾ ਨਹੀਂ ਹੈਗੀ, ਇੱਥੇ ਤੇ ਵਰਕ ਤੇ ਮੁੜ ਕੇ ਘਰ ਜਾ ਕੇ ਸੌਂ ਜਾਓ। ਹੁਣ ਸ਼੍ਰੀਲੰਕਾ ਦੇ ਵਿੱਚ IMF ਆਪਣੀਆਂ ਸ਼ਰਤਾਂ ਦੇ ਮੁਤਾਬਕ ਉਹਨਾਂ ਨੂੰ ਕਹਿੰਦੇ ਆ ਵੀ ਸਾਡੀਆਂ ਸ਼ਰਤਾਂ ਮੰਨੋ। ਇੱਦਾਂ ਹੀ IMF ਤਾਂ ਸਾਰੇ ਵਰਲਡ ਦੇ ਵਿੱਚ ਹੀ ਇੱਕ ਰੋਲ ਅਦਾ ਕਰ ਰਹੀ ਹੈ। कोई क्यों रह जाता है गरीब? कौन है इकोनॉमी दा सरदार? कौन बनाउंदा है हथियार? किवें फैलिया कॉरपोरेट दा जाल ते किवें चलदा है संसार? अनेकां ने सवाल टीवी पंजाबी दुनिया लैके आउंदा है हर सवाल दा जवाब। आर्थिक मुद्दियां दियां परत दर परत तिहा फरोलदा प्रोग्राम अर्थशास्त्र एक गुज्जा रहस। ਵਾਹ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਪ੍ਰੋਗਰਾਮ ਅਰਥ ਸ਼ਾਸਤਰ ਇੱਕ ਗੁੱਜਾ ਰਹੱਸ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਇਕੋਨਮੀ ਦੇ ਬਾਰੇ ਗੱਲਬਾਤ ਕਰਨ ਲਈ, ਜਿੱਦਾਂ ਤੁਸੀਂ ਜਾਣਦੇ ਹੋ, ਸਾਡੇ ਐਕਸਪਰਟ ਨੇ ਢੀਂਡਸਾ ਸਾਹਿਬ, ਨਿਰਮਲ ਢੀਂਡਸਾ ਸਾਡੇ ਕੋਲ ਹਾਜ਼ਰ ਨੇ ਸਟੂਡੀਓ 'ਚ। ਉਹਨਾਂ ਨਾਲ ਕਾਫੀ ਦਿਨਾਂ ਬਾਅਦ ਅੱਜ ਗੱਲ ਕਰਨ ਦਾ ਮੌਕਾ ਮਿਲਿਆ। ਬਹੁਤ ਸਾਰੀਆਂ ਘਟਨਾਕ੍ਰਮ ਚੇਂਜ ਹੋਏ, ਕੋਵਿਡ ਤੋਂ ਬਾਅਦ ਅਸੀਂ ਨੋਰਮਲ ਜ਼ਿੰਦਗੀ 'ਚ ਦਾਖਲ ਹੋਏ। ਦੁਨੀਆ ਭਰ ਦੀ ਇਕੋਨਮੀ ਨੂੰ ਹਿਲਾ ਕੇ ਰੱਖਿਆ ਕੋਵਿਡ ਨੇ, ਜਾਂ ਸਰਕਾਰਾਂ ਦੀਆਂ ਗਲਤ ਨੀਤੀਆਂ ਨੇ, ਕਿਉਂਕਿ ਬਹਾਨਾ ਵੀ ਚਾਹੀਦਾ ਹੁੰਦਾ ਸਰਕਾਰਾਂ ਨੂੰ ਕੁਛ ਨਾ ਕੁਛ ਕਹਿਣ ਲਈ ਕਿ ਕਿਉਂ ਇਕੋਨਮੀ ਜਿਹੜੀ ਆ ਉਹ ਖਰਾਬ ਹੋ ਰਹੀ ਆ। ਉਹਦੇ ਲਈ ਕੋਵਿਡ ਲੱਭ ਜਾਂਦਾ, ਕਦੀ ਕੁਛ ਹੋਰ ਲੱਭ ਜਾਂਦਾ। ਉਹ ਇਹਨਾਂ ਕੋਲੋਂ ਜਾਣਾਂਗੇ ਵੀ ਕਾਰਨ ਕੀ ਨੇ, ਪਰ ਇਹਦੇ ਬਾਵਜੂਦ ਸਾਡੀ ਇਕੋਨਮੀ ਸੰਭਲਣ ਦਾ ਨਾਂ ਨਹੀਂ ਲੈ ਰਹੀ। ਇੱਥੇ ਕੈਨੇਡਾ 'ਚ ਬੈਠਿਆਂ ਵੀ ਸਾਨੂੰ ਉਹਦਾ ਸੇਕ ਕਿਤੇ ਨਾ ਕਿਤੇ ਪਹੁੰਚ ਰਿਹਾ। ਅਮਰੀਕਾ ਦੀ ਇਕੋਨਮੀ ਦਾ ਬਹੁਤ ਬੁਰਾ ਹਾਲ ਹੈ। ਆਇਲ ਦੀਆਂ ਪ੍ਰਾਈਸਿਸ 'ਤੇ ਕੰਟਰੋਲ ਨਹੀਂ ਹੋ ਰਿਹਾ, ਫੂਡ ਪ੍ਰਾਈਸਿਸ ਵੱਧ ਰਹੀਆਂ, ਯੂਕਰੇਨ ਦੀ ਜੰਗ ਦਾ ਕੋਈ ਹੱਲ ਨਹੀਂ ਨਿਕਲ ਰਿਹਾ। ਚਾਰੇ ਪਾਸੇ ਮਸਲੇ ਹੀ ਮਸਲੇ। ਸਾਡੀ ਲੀਡਰਸ਼ਿਪ, ਜਦੋਂ ਅਸੀਂ ਲੀਡਰਸ਼ਿਪ ਕਹਿੰਦੇ ਹਾਂ ਫਿਰ ਆਪੋ ਆਪਣੇ ਮੁਲਕਾਂ ਵੱਲ ਝਾਕਦੇ ਹਾਂ। ਵਰਲਡ ਲੈਵਲ ਦੀ ਕੋਈ ਲੀਡਰਸ਼ਿਪ ਹੈ ਹੀ ਨਹੀਂ। ਉੱਤੇ ਵੀ ਗੱਲ ਕਰਾਂਗਾ, ਮੈਂ ਢੀਂਡਸਾ ਸਾਹਿਬ ਨੂੰ ਪੁੱਛਾਂਗਾ ਕਿ ਵਰਲਡ ਲੀਡਰ ਹੈ ਕੋਈ ਦੁਨੀਆ 'ਤੇ ਇਸ ਵੇਲੇ ਜਿਹਦੇ ਆਖੇ ਲੱਗਦਾ ਹੋਵੇ। ਕੱਲ੍ਹ ਪੋਪ ਆਇਆ ਸੀ ਅਤੇ ਲੋਕ ਕਹਿੰਦੇ ਕਿ ਪੋਪ ਦੇ ਕਹਿਣ ਨਾਲ ਇੱਦਾਂ ਹੋ ਜਾਏਗਾ। ਬਹੁਤ ਸਾਰੀਆਂ ਗੱਲਾਂ ਮੇਰੇ ਵੀ ਦਿਮਾਗ 'ਚ ਪਈਆਂ ਢੀਂਡਸਾ ਸਾਹਿਬ ਨਾਲ ਕਰਨ ਵਾਲੀਆਂ। ਪਹਿਲਾਂ ਆਪਣੇ ਦਰਸ਼ਕਾਂ ਦੇ ਨਾਲ ਨਿਰਮਲ ਢੀਂਡਸਾ ਦਾ ਕਰਦੇ ਹਾਂ ਸਵਾਗਤ ਜੀ। ਆਇਆਂ ਨੂੰ ਨਾਲ ਬੇਨਤੀ ਕਰਦੇ ਹਾਂ ਕਿ ਟਾਈਮ ਨਾਲ ਆ ਜਾਇਆ ਕਰੋ ਜਲਦੀ। ਬਹੁਤ ਦੇਰ ਬਾਅਦ ਹੋ ਗਿਆ। ਮਿਹਰਬਾਨੀ ਜਨਾਬ, ਥੈਂਕ ਯੂ ਸਰ। ਢੀਂਡਸਾ ਸਾਹਿਬ ਇੱਥੋਂ ਹੀ ਸ਼ੁਰੂ ਕਰ ਲੈਂਦੇ ਹਾਂ। ਹਾਂਜੀ, ਇਕੋਨਮੀ ਦੀ ਆਪਾਂ ਗੱਲ ਕਰਨੀ ਆ। ਇਕੋਨਮੀ ਵਰਲਡ ਦੀ ਬਹੁਤ ਪਤਲੀ ਹਾਲਤ 'ਚ ਆ। ਕਦੀ ਕਹਿੰਦੇ ਹੁੰਦੇ ਸੀ ਜੀ ਕੋਈ ਮਤਲਬ ਵਰਲਡ ਦੇ ਵੱਡੇ ਲੀਡਰ ਨੇ, ਲੋਕੀ ਅਮਰੀਕਾ ਵੱਲ ਵੇਖਦੇ ਹੁੰਦੇ ਸੀ ਜੀ ਫਲਾਣਾ ਲੀਡਰ ਆ ਪਰ ਉਹ ਕੋਈ ਉਹਦਾ ਹੱਲ ਕੱਢ ਲੂਗਾ, ਜਾਂ ਵਰਲਡ ਲੈਵਲ 'ਤੇ ਲੀਡਰ ਹੁੰਦੇ ਸੀ ਜਿਹੜੇ ਕੋਈ ਪੋਲੀਟੀਕਲ ਸੋਲਿਊਸ਼ਨ ਜਿਹੜੇ ਆ ਉਹਨਾਂ ਵੱਲ ਨੂੰ ਕਰਦੇ ਸੀ। ਆਪਣੇ ਭਾਰਤ ਦੇ ਸੰਦਰਭ 'ਚ ਆਪਾਂ ਵੇਖੀਏ ਪੰਚਸ਼ੀਲ ਬਣੀ, ਮਾਰਸ਼ਲ ਟੀਟੋ, ਨਾਸਰ ਹਰੀ, ਨਹਿਰੂ ਹਰੀ, ਹੈ ਨਾ, ਅਤੇ ਹੋਰ ਵੀ ਵੱਡੇ ਲੀਡਰ ਰਹੇ ਆ ਦੁਨੀਆ 'ਤੇ। ਕਿਤੇ ਤੁਹਾਨੂੰ ਲੱਗਦਾ ਖਲਾ ਨਹੀਂ ਪੈਦਾ ਹੋ ਗਿਆ ਲੀਡਰਸ਼ਿਪ ਦਾ ਕਿ ਵਰਲਡ ਲੈਵਲ ਦਾ ਕੋਈ ਲੀਡਰ ਹੀ ਨਹੀਂ ਲੱਗ ਰਿਹਾ ਸਾਨੂੰ ਕਿਤੇ ਆਲੇ ਦੁਆਲੇ? ਕੋਈ ਜਿਹੜੇ ਮਸਲੇ ਆ ਉਹਨਾਂ ਨੂੰ ਦੇਖਣ ਵਾਲਾ, ਉਹਨਾਂ ਨੂੰ ਸੁਲਝਾਉਣ ਵਾਲਾ ਤੇ ਦੂਰ, ਉਹਨਾਂ ਬਾਰੇ ਗੱਲ ਕਰਨ ਵਾਲਾ ਵੀ ਨਹੀਂ ਦਿਖ ਰਿਹਾ। ਦੇਖੋ ਜਿਹੜਾ ਵਰਲਡ ਹੈ, ਵਰਲਡ ਇਜ਼ ਸਟ੍ਰੇਂਜ। ਇਹ ਗੱਲ ਤੁਹਾਡੀ ਠੀਕ ਹੈ। ਜਿਹੜੀ ਇਕੋਨਮੀ ਸਾਰੇ ਵਰਲਡ ਦੀ, ਐਕਚੁਅਲੀ ਇਕੋਨਮੀ ਦੁਆਲੇ ਸਾਰਾ ਵਰਲਡ ਘੁੰਮ ਰਿਹਾ, ਅਤੇ ਕਿ ਚਾਹੇ ਕਿ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਹੋਵੇ ਉਹ ਵੀ ਪੈਸੇ ਧੇਲੇ ਦੁਆਲੇ ਹੀ ਘੁੰਮ ਰਿਹਾ। ਸੋ ਅੱਜ ਦੀ ਜਿਹੜੀ ਵਰਲਡ ਇਕੋਨਮੀ ਹੈ, ਵਰਲਡ ਇਕੋਨਮੀ ਇਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ, ਕਿਉਂਕਿ ਪਿਛਲੀ ਦਫਾ ਇੱਕ ਸੀਗੀ ਥਾਟ ਮਾਰਕਸਿਜ਼ਮ ਦੀ, ਮਾਰਕਸਿਸਟ ਇਕੋਨਮੀ, ਉਹ ਤੋਂ ਬਾਅਦ ਫਿਰ ਡਾਰਵਨ ਇਕੋਨਮੀ, ਹੋਰ ਬੜਾ ਕੁਛ ਆਇਆ। ਫਾਈਨਲੀ ਇਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ। ਇਹਨਾਂ ਨੇ ਇੱਕੋ ਦੋ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇੱਕ ਤਾਂ ਜਦੋਂ ਇਹ ਕ੍ਰਾਈਸਿਸ 'ਚ ਹੁੰਦੇ ਆ they print money and throw money in the market and throw money in the market। ਆਪਾਂ ਸ਼ਾਇਦ ਐਸੇ ਪ੍ਰੋਗਰਾਮ ਵਿੱਚ ਜਿਹਨੂੰ ਸਟਿਮੂਲਸ ਪੈਕੇਜ ਕਹਿੰਦੇ ਆ, ਸਟਿਮੂਲਸ ਪੈਕੇਜ ਇਕੋਨਮੀ ਦੀ ਭਾਸ਼ਾ 'ਚ। ਦੈਟਸ ਰਾਈਟ। ਹਾਂਜੀ, ਕੋਵਿਡ-19 ਆ ਗਿਆ, ਉਹ ਤੋਂ ਬਚਣ ਦੀ ਖਾਤਰ ਇਹਨਾਂ ਨੇ ਮਾਸਵਲੀ ਸਾਰੀਆਂ, ਇਕੱਲੀ ਇੱਕ ਸਰਕਾਰ ਨਹੀਂ, ਸਾਰੀਆਂ ਸਰਕਾਰਾਂ ਨੇ, ਖਾਸ ਤੌਰ 'ਤੇ ਕੈਪੀਟਲਿਸਟ ਵਰਲਡ ਨੇ, ਇੰਡਸਟਰੀਅਲ ਵਰਲਡ ਨੇ, ਇਹਨਾਂ ਨੇ ਸਾਰੇ ਪ੍ਰਿੰਟ ਕਰ ਮਨੀ ਸੜ ਦਿੱਤੀ। ਐਂਡ ਦੇਰ ਆਰ ਸੋ ਮਨੀ। ਅਤੇ ਦੇਖੋ ਕੋਵਿਡ-19 'ਚ ਕੈਨੇਡਾ ਸਰਕਾਰ ਨੇ ਕਿੰਨਾ, ਜਿਹਨਾਂ ਇੱਥੇ ਘਰ ਬੈਠਿਆਂ ਨੂੰ
ਪੈਸੇ ਲੋਕਾਂ ਨੂੰ ਦੇਣੇ ਸ਼ੁਰੂ ਕਰਤੇ, ਕੰਪਨੀਆਂ ਨੂੰ ਪੈਸੇ ਦੇਣੇ 40-40 ਹਜ਼ਾਰ ਦੇਣਾ ਸ਼ੁਰੂ ਕਰਤਾ, ਕਿਸੇ ਨੂੰ ਚੈੱਕ ਨਹੀਂ ਕੀਤਾ। ਸੋ ਇਨ ਸਰਕੂਲਰ ਜਿਹੜੇ ਘਰਾਂ 'ਚ ਦਿੱਤੇ ਸਰ ਉਹ ਤੇ ਕਢਾ ਲੈਣ ਲੱਗੇ ਮੈਨੂੰ ਲੱਗਦਾ, ਉਹ ਤੇ ਵੀ ਗੱਲ ਕਰਦੇ ਆ। ਹਾਂ, ਉਹ ਸਿੱਧੇ ਢੰਗ ਨਾਲ ਇੱਕ ਦੇ ਕੇ ਦੂਜੇ ਪਾਸੇ ਦੀ ਕੱਢਣ ਦੀ ਜਿਹੜੀ ਯੋਜਨਾ ਬਣ ਜਾਂਦੀ ਨਾਲ ਦੀ ਨਾਲ। ਤੇ ਮੈਨੂੰ ਲੱਗਦਾ ਕਿ ਆਲਮੋਸਟ ਨਿਕਲ ਹੀ ਗਏ ਆ, ਜਿਸ ਤਰ੍ਹਾਂ ਦਾ ਪਿਛਲੇ 1.5 ਸਾਲ ਚੋਂ ਮਹਿੰਗਾਈ ਚੋਂ ਨਿਕਲ ਰਹੇ ਲੋਕ। ਉਹ ਜਿਹੜਾ ਪੈਸਾ ਲੱਗਦਾ ਸੀ ਕਿ ਫालतू ਪੈਸਾ ਕਿਤੋਂ ਆ ਗਿਆ, ਉਹ ਤਾਂ ਲੱਗਦਾ ਹੌਲੀ ਹੌਲੀ ਖਾਲੀ ਹੋ ਗਈਆਂ ਜੇਬਾਂ ਲੋਕਾਂ ਦੀਆਂ। ਹਾਲੇ ਥੋੜੀ ਮੈਨੂੰ ਲੱਗਦਾ ਕੰਮ ਹੋਣੇ ਸ਼ੁਰੂ ਹੋਇਆ। ਦੇਖੋ ਹੁਣ ਦੀ ਅੱਜ ਦੀ ਜਿਹੜੀ ਸਿਚੁਏਸ਼ਨ ਹੈ, ਅੱਜ ਦੀ ਸਿਚੁਏਸ਼ਨ ਇਹ ਆ ਕਿ ਪਹਿਲਾਂ ਤਾਂ ਕੋਵਿਡ-19 ਆ ਗਿਆ, ਉਦੋਂ ਇਹ ਕਹਿੰਦੇ ਸੀ ਕਿ ਡਿਪਰੈਸ਼ਨ ਨਾ ਆ ਜਾਏ, ਡਿਪਰੈਸ਼ਨ ਚੋਂ ਬਾਹਰ ਨਿਕਲਣ ਲਈ ਪ੍ਰਿੰਟ ਦੀ ਮਨੀ, ਥਰੋ ਦੀ ਮਨੀ, ਲੋਕਾਂ ਦਾ ਜਿਹੜਾ ਕੌਨਫੀਡੈਂਸ ਹੈ ਬਿਲਡ ਹੋਣਾ ਚਾਹੀਦਾ। ਐਂਡ ਸੋ ਉਹ ਕਰਦੇ ਆਲ ਆਫ ਏ ਸਡਨ ਜਿਹੜੀਆਂ ਵਰਲਡ ਬੈਂਕਸ ਹੈ, ਕੈਨੇਡਾ ਦੀ ਬੈਂਕ ਜਾਂ ਰਿਜ਼ਰਵ ਬੈਂਕ ਆਫ USA, ਉਹ ਦੇ ਫੇਲ ਟੂ ਅੰਡਰਸਟੈਂਡ ਜਿਹੜੀ ਚੇਂਜ ਇੰਨੀ ਰੈਪਿਡਲੀ ਆਉਣੀ ਸ਼ੁਰੂ ਹੋ ਗਈ। ਐਂਡ ਦੂਜੇ ਪਾਸੇ ਯੂਕਰੇਨ ਦੀ ਫਾਈਟ ਹੋ ਗਈ, ਉਹਨੇ ਜਿਹੜੀ ਸਪਲਾਈ ਚੇਨ ਸੀ ਉਹ ਠੱਪ ਕਰ ਦਿੱਤੀ। ਉਹ ਤੋਂ ਬਾਅਦ ਜਿਹੜੀ ਕੋਵਿਡ-19 ਕਰਕੇ ਵੀ ਸਪਲਾਈ ਚੇਨ ਠੱਪ ਹੋ ਗਈ। ਐਂਡ ਆਲ ਆਫ ਏ ਸਡਨ ਜਦ ਕੋਵਿਡ-19 ਖੁੱਲ੍ਹ ਗਿਆ ਤਾਂ ਚੀਜ਼ਾਂ ਦੀ ਘਾਟ, ਡਿਮਾਂਡ ਐਂਡ ਸਪਲਾਈ, ਡਿਮਾਂਡ ਵੱਧ ਗਈ, ਸਪਲਾਈ ਘੱਟ ਸੀ। ਸੋ ਉਹਦੇ ਕਰਕੇ ਇਨਫਲੇਸ਼ਨ। ਹੁਣ ਇਨਫਲੇਸ਼ਨ ਨੂੰ ਇੱਦਾਂ ਲੱਗਦਾ ਵੀ ਜਿਹੜੀਆਂ ਬੈਂਕਾਂ ਦੇ ਆਰ ਬਿਹਾਈਂਡ ਦੀ ਕਰਵ, ਦੇ ਫੇਲ ਟੂ ਅੰਡਰਸਟੈਂਡ, ਦੇ ਫੇਲ ਟੂ ਟੇਕ ਐਕਸ਼ਨ ਰਾਈਟ ਦੈਟ ਟਾਈਮ। ਹੁਣ ਤੱਕ ਤਾਂ ਇਹ ਕਹਿੰਦੇ ਰਹੇ। ਤੇ ਸਰ ਕਮਰਸ਼ੀਅਲ ਬੈਂਕਿੰਗ ਦੀ ਗੱਲ ਕਰ ਰਹੇ ਹੋ ਜਾਂ ਜਿਹੜੇ ਬੈਂਕ ਜਿੱਦਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਕੈਨੇਡਾ ਦਾ ਰਿਜ਼ਰਵ ਬੈਂਕ ਟਾਈਪ ਨੇ, ਇਹਨਾਂ ਦੀ ਗੱਲ ਕਰਦੇ ਹੋ ਜਾਂ ਕਮਰਸ਼ੀਅਲ ਬੈਂਕ? ਜਿਹੜੇ ਕਮਰਸ਼ੀਅਲ ਬੈਂਕ ਨੇ ਉਹ ਤਾਂ ਫੇਲ ਹੋਏ ਨਹੀਂ, ਉਹਨਾਂ ਨੂੰ ਤੇ ਆਪਣੀ ਨਹੀਂ ਉਹ ਲੋਕਾਂ ਨੂੰ ਅੰਡਰਸਟੈਂਡ ਕਰਨ 'ਚ ਜਿਹੜੀ ਗੱਲ ਕਰਦੇ, ਕਿਉਂਕਿ ਉਹ ਤਾਂ ਅੰਡਰਸਟੈਂਡ ਇਹ ਕਰ ਰਹੇ ਆ ਕਿ ਸਾਡਾ ਮੁਨਾਫਾ ਆ ਰਿਹਾ, ਕੋਵਿਡ 'ਚ ਵੀ ਆਉਂਦਾ ਰਿਹਾ, ਹੁਣ ਵੀ ਆ ਰਿਹਾ, ਅੱਗੇ ਨਾਲੋਂ ਜ਼ਿਆਦਾ ਆ ਰਿਹਾ। ਉਹਨਾਂ ਨੂੰ ਤੇ ਸਮਝਣ ਦੀ ਲੋੜ ਹੀ ਨਹੀਂ ਵੀ ਲੋਕ ਕੀ ਕਰ ਰਹੇ ਨੇ। ਉਹ ਸੈਪਰੇਟ ਕੁਐਸਚਨ ਹੈ। ਹਾਂ, ਉਹ ਸੈਪਰੇਟ ਕੁਐਸਚਨ ਹੈ। ਮੈਂ ਜਿਹੜੀ ਗੱਲ ਕਰ ਰਿਹਾ ਕਿ ਜਿਹੜੀਆਂ ਰਿਜ਼ਰਵ ਬੈਂਕਾਂ, ਜਿਹਦਾ ਬੈਂਕ ਆਫ ਕੈਨੇਡਾ ਹੈ, ਬੈਂਕ ਆਫ ਕੈਨੇਡਾ ਸੈਟ ਦੀ ਰੂਲਸ, ਬੈਂਕ ਆਫ ਕੈਨੇਡਾ ਗਿਵਸ ਦੀ ਗਾਈਡਲਾਈਨਸ, ਬੈਂਕ ਆਫ ਕੈਨੇਡਾ ਇੰਟਰਸਟ ਰੇਟ 'ਚ ਕਟੌਤੀ ਕਰਦਾ, ਬੈਂਕ ਆਫ ਕੈਨੇਡਾ ਇੰਟਰਸਟ ਰੇਟ 'ਚ ਵਾਧਾ ਕਰਦਾ। ਹੁਣ ਇਸ ਵੇਲੇ ਬੈਂਕ ਆਫ ਕੈਨੇਡਾ ਦਾ ਜਿਹੜੀ ਮੈਂ ਗੱਲ ਕਰ ਰਿਹਾ, ਜਦੋਂ ਇਨਫਲੇਸ਼ਨ ਆਉਣੀ ਸ਼ੁਰੂ ਹੋਈ ਹੈ, ਮਾਰਕੀਟ ਕਹਿ ਰਹੀ ਸੀ ਕਿ ਇਨਫਲੇਸ਼ਨ ਇਜ਼ ਕਮਿੰਗ। ਐਂਡ ਇਹ ਬੈਂਕਾਂ ਇਹ ਕਹਿ ਰਹੀਆਂ ਸੀ, ਬੈਂਕ ਦੇ ਜਿਹੜੇ ਇੱਥੇ ਦਾ ਜਿਹੜਾ ਚੇਅਰਮੈਨ ਹੈ ਜਾਂ ਰਿਜ਼ਰਵ ਬੈਂਕ ਦਾ ਮਿਸਟਰ ਪਾਵਲ ਹੈ, ਉਹ ਇਹ ਕਹਿ ਰਿਹਾ ਸੀ ਕਿ ਇਹ ਟ੍ਰਾਂਜ਼ਿਟਰੀ ਇਨਫਲੇਸ਼ਨ ਹੈ, ਇਟ ਵਿਲ ਬੀ ਕੰਟਰੋਲਡ। ਜਦੋਂ ਸਪਲਾਈ ਚੇਂਜ ਖੁੱਲ੍ਹ ਗਈ, ਜਦ ਮਾਰਕੀਟ ਸਾਰੀ ਇਕਨੋਮੀ ਖੁੱਲ੍ਹ ਗਈ ਤਾਂ ਇਟ ਗੋਨਾ ਬੀ ਓਕੇ। ਐਂਡ ਨਾਓ ਇਹ ਫੀਲ ਕੀਤਾ ਜਾ ਰਿਹਾ ਕਿ ਉਹ ਇਹਦੇ 'ਚ ਫੇਲ ਹੋਏ ਆ ਟੂ ਅੰਡਰਸਟੈਂਡ ਦੈਟ। ਸੋ ਹੁਣ ਰੈਪਿਡਲੀ ਹੁਣ ਇਹ ਤੋਂ 180 ਡਿਗਰੀ ਇਹਨਾਂ ਨੇ ਸਪੀਡ ਦੂਏ ਪਾਸੇ ਨੂੰ ਫੜ ਲਈ। ਹੁਣ ਇੰਟਰਸਟ ਰੇਟ ਨੂੰ ਜੈਕਅਪ ਕਰ ਲਈ। ਇਸ ਵੇਲੇ ਜਿਹੜੀ ਕੈਨੇਡਾ ਦੀ ਇਨਫਲੇਸ਼ਨ ਹੈ 8.6% ਹੈ, ਅਮਰੀਕਾ ਦੀ 9.1% ਹੈ, ਇੰਗਲੈਂਡ ਦੀ 9.4% ਹੈ। ਐਵਰੀਵੇਅਰ ਇਜ਼ ਗੈਟਿੰਗ ਆਊਟ ਆਫ ਕੰਟਰੋਲ। ਐਂਡ ਫਿਰ ਹੁਣ ਇਹਨਾਂ ਬੈਂਕਾਂ ਨੇ ਦੇਖੋ ਪਿਛਲੀ ਦਫਾ ਢੀਂਡਸਾ ਸਾਹਿਬ 2008 'ਚ ਵੀ ਰਿਸੈਸ਼ਨ ਆਇਆ, ਉਹ ਤੋਂ ਪਹਿਲਾਂ 97-98 'ਚ ਕਹਿੰਦੇ ਸੀ ਉਦੋਂ ਇਨਫਲੇਸ਼ਨ ਦਾ ਲੈਵਲ ਇਸ ਕਦਰ ਸੀਗਾ ਜਾਂ ਤੋਂ ਘੱਟ ਵੱਧ ਸੀਗਾ? ਦੇਖੋ ਮੈਨੂੰ ਇੱਥੇ ਰਹਿੰਦੇ ਨੂੰ ਬੜਾ ਚਿਰ ਹੋ ਗਿਆ। ਮੈਂ ਜਿਹੜਾ ਹੁਣ ਤੱਕ ਤਾਂ ਕੈਪੀਟਲਿਜ਼ਮ ਇੱਦਾਂ ਵਰਕ ਕਰਦਾ ਰਿਹਾ ਜਿੱਦਾਂ ਹੁਣ ਕਰ ਰਿਹਾ। ਪਹਿਲਾਂ ਇੰਟਰਸਟ ਰੇਟ ਥੱਲੇ ਲਿਆਓ, ਉਹ ਤੋਂ ਬਾਅਦ ਇੰਟਰਸਟ ਰੇਟ ਅਪ ਜਾਂਦਾ ਟੂ ਕੰਟਰੋਲ ਦੀ ਇਨਫਲੇਸ਼ਨ। ਉਹ ਜਿੰਨਾ ਚਿਰ ਇਨਫਲੇਸ਼ਨ ਕੰਟਰੋਲ ਨਹੀਂ ਹੁੰਦੇ ਦੇ ਕੀਪ ਜੈਕਿੰਗ ਅਪ। 1980 'ਚ ਜਿਹੜੀ ਇਨਫਲੇਸ਼ਨ ਸੀ ਵੈਂਟ ਅਪ ਟੂ 17%। ਐਂਡ ਇੰਟਰਸਟ ਰੇਟ ਵੈਂਟ ਅਪ ਟੂ 20.7%। ਐਂਡ ਉਹ ਫਿਰ ਮਿਸਟਰ ਵੋਕਰ ਹੁੰਦਾ ਸੀ ਚੇਅਰਮੈਨ ਉੱਥੇ ਦਾ USA ਰਿਜ਼ਰਵ ਬੈਂਕ ਦਾ। ਦੈਟ ਕ੍ਰੀਏਟਡ severe recession. All of a sudden then interest rate came down. Exactly same thing they are doing now. ਮੈਨੂੰ ਇਹ ਫੀਅਰ ਹੈ ਕਿਉਂਕਿ ਮੈਂ ਉਹ ਟਾਈਮ ਵੀ ਦੇਖਿਆ ਤੇ ਹੁਣ ਦਾ ਟਾਈਮ ਵੀ ਮੈਂ ਦੇਖਦਾ, ਕਿਉਂਕਿ ਪਿਛਲੇ 20 ਸਾਲਾਂ ਤੋਂ ਖਾਸ ਤੌਰ 'ਤੇ ਜਿਹੜੇ 40 ਸਾਲ ਤੋਂ ਥੱਲੇ ਦੀ ਉਮਰ ਦੇ ਹੈ ਉਹਨਾਂ ਨੇ ਕੋਈ ਕ੍ਰਾਈਸਿਸ ਦੇਖਿਆ ਨਹੀਂ ਜਿਹੜਾ ਅਸੀਂ ਦੇਖਿਆ। ਐਂਡ ਇਹ 2008 ਤੋਂ ਬਾਅਦ ਸਾਰੀ ਜਿਹੜੀ ਵਰਲਡ ਸਿਚੁਏਸ਼ਨ ਹੀ ਚੇਂਜ ਹੋ ਗਈ। ਉਹ 2008 'ਚ ਤੁਹਾਨੂੰ ਯਾਦ ਹੈ ਕਿ G20 ਦੀ ਮੀਟਿੰਗ ਹੋਈ ਸੀ, ਉਹਦੇ 'ਚ ਮਨਮੋਹਨ ਸਿੰਘ ਨੇ ਬਹੁਤ ਰੋਲ ਤਕੜਾ ਅਦਾ ਕੀਤਾ ਸੀ ਅਤੇ ਓਬਾਮਾ ਨੇ।
ਐਂਡ ਉਹਦੇ 'ਚ G20 ਮੀਟਿੰਗ ਵਿੱਚ ਮਨਮੋਹਨ ਸਿੰਘ ਵੱਲੋਂ ਪ੍ਰਪੋਜ਼ ਕੀਤਾ ਗਿਆ ਸੀ ਕਿ ਵੀ ਸ਼ੁੱਡ ਬ੍ਰਿੰਗ ਥੀਸ ਹੈਵੀਲੀ ਪੈਕੇਜ ਸਟਿਮੂਲਸ ਪੈਕੇਜ। ਉਹ ਸਟਿਮੂਲਸ ਪੈਕੇਜ ਇਹਨਾਂ ਨੇ ਕੀਤਾ ਟੂ ਕਮ ਆਊਟ ਫਰੋਮ ਦੀ ਕ੍ਰਾਈਸਿਸ ਐਂਡ ਉਹਦੇ 'ਚ ਇਹ ਕਾਮਯਾਬ ਹੋ ਗਏ ਪਰ ਔਨ ਦੀ ਸੇਮ ਹੈਂਡ ਜਦੋਂ ਆਲ ਆਫ ਅ ਸਡਨ ਕੋਵਿਡ ਆ ਗਿਆ, ਉਹ 'ਚ ਫਸ ਗਏ। ਹੁਣ ਉਹ ਤੋਂ ਬਾਅਦ ਐਗਜ਼ੈਕਟਲੀ ਮੈਨੂੰ ਲੱਗਦਾ ਉੱਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ। ਤੁਸੀਂ ਦੇਖੋ ਨਾ ਗੈਸ ਦੀ ਪ੍ਰਾਈਸ ਅੱਜ ਤਾਂ ਹੈਗੀ 158 ਦੀ, ਇਹ $2.10 ਤੋਂ ਥੱਲੇ ਆਈ ਹੈ। ਐਂਡ ਇੱਦਾਂ ਹੀ ਤੁਸੀਂ ਗਰੋਸਰੀ ਸਟੋਰ ਚਲ ਜਾਓ, ਹਰ ਚੀਜ਼ ਦੀ ਕੀਮਤ ਪਹਿਲਾਂ ਨਾਲੋਂ ਕੱਲ੍ਹ ਨਾਲੋਂ ਅੱਜ ਵੱਧ ਹੈ। ਸੋ ਇਹਨੂੰ ਕਿੱਦਾਂ ਕੰਟਰੋਲ ਕਰਨਾ? ਕੋਈ ਜਿਹੜੀ ਪਹਿਲਾਂ ਦੀਆਂ ਮੈਨੂੰ ਲੱਗਦਾ ਸਾਰੀਆਂ ਥਿਊਰੀਆਂ ਫੇਲ ਹੀ ਹੋ ਗਈਆਂ। ਹੁਣ ਤਾਂ ਇੱਕੋ ਹੀ ਇਹਨਾਂ ਨੇ ਕਿਹਾ ਵੀ ਇੱਕੋ ਹੀ ਥਿਊਰੀ ਵਰਕ ਕਰਦੀ ਹੈ ਕਿ ਜੇ ਅਸੀਂ ਕ੍ਰਾਈਸਿਸ ਜਾਂਦੇ ਹਾਂ ਅਤੇ ਡੋਂਟ ਡਿਪਰੈਸ਼ਨ 'ਚ ਜਾਣ ਤੋਂ ਇਕੋਨਮੀ ਰੋਕਣ ਲਈ ਪ੍ਰਿੰਟ ਦੀ ਮਨੀ, ਥਰੋ ਦੀ ਮਨੀ, ਬ੍ਰਿੰਗ ਦੀ ਸਟਿਮੂਲਸ ਪੈਕੇਜ ਦੈਟ ਕ੍ਰੀਏਟ ਦੀ ਇਨਫਲੇਸ਼ਨ ਨੂੰ ਕੰਟਰੋਲ ਕਰਨ ਲਈ ਸਟਾਰਟ ਟੂ ਜੈਕ ਅਪ ਦੀ ਇੰਟਰਸਟ ਰੇਟ। ਤੁਹਾਨੂੰ ਕੀ ਲੱਗਦਾ ਆਪਣੇ ਢੀਂਡਸਾ ਸਾਹਿਬ ਜਿਹੜੇ ਕੈਪੀਟਲਿਜ਼ਮ ਦੇ ਬੁਨਿਆਦੀ ਸਿਧਾਂਤ ਆ, ਇਹ ਮਤਲਬ ਇਹੋ ਹੀ ਆ ਕਿ ਕਦੀ ਉੱਪਰ ਚਲ ਗਈ ਤੈਨੂੰ ਕੰਟਰੋਲ ਕਰ ਲਿਆ। ਦੂਜੇ ਪਾਸੇ ਮਾਰਕਸਿਜ਼ਮ ਦਾ ਸਿਧਾਂਤ ਇਹ ਕਹਿੰਦਾ ਹੈ ਕਿ ਜਦੋਂ ਪੂੰਜੀਵਾਦ ਸਿਖਰ ਤੇ ਜਾਏਗਾ ਤੇ ਉਦੋਂ ਕਲੈਪਸ ਹੋ ਜਾਏਗਾ ਸਾਰਾ ਕੁਝ, ਉਸ ਤੋਂ ਬਾਅਦ ਜਿਹੜਾ ਸਾਡਾ ਸਿਧਾਂਤ ਲਾਗੂ ਹੋਊਗਾ, ਉਸ ਤੋਂ ਬਾਅਦ ਸੋਸ਼ਲਿਜ਼ਮ ਵਾਲੇ ਪਾਸੇ ਵਧਾਂਗੇ। ਕੀ ਇਹ ਸਾਰੇ ਹੀ ਫਾਰਮੂਲੇ ਫੇਲ ਹੋ ਗਏ? ਮਾਰਕਸ ਦਾ ਵੀ, ਕੈਪੀਟਲਿਸਟ ਕੰਟਰੀ ਜਿਹੜੇ ਇਹ ਇਕੋਨਮੀ ਨੂੰ ਜਿੱਦਾਂ ਇਹ ਚਲਾਉਂਦੇ, ਇਹਨਾਂ ਦਾ ਵੀ ਫੇਲ ਹੋ ਗਿਆ। ਇਹ ਤਾਂ ਟੈਂਪਰੇਰੀ ਮੇਜਰ ਹੋ ਗਿਆ ਨਾ ਕਿ ਜੇ ਇਨਫਲੇਸ਼ਨ ਆਇਆ ਤੇ ਰੇਟ ਵਧਾ ਦਿਓ, ਵੱਧ ਗਿਆ ਤੇ ਘਟਾ ਦਿਓ। ਤੇ ਇੱਥੇ ਤੇ ਉਹ ਹੁਣ ਸਿਸਟਮ ਇਹ ਬਣ ਗਿਆ, ਨਾ ਲੋਕ ਸੜਕਾਂ ਤੇ ਆਉਣ ਜੋਗੇ ਆ, ਨਾ ਲੋਕਾਂ ਦੀ ਕੋਈ ਵੌਇਸ ਆ ਕਿਸੇ ਪਾਸਿਓਂ, ਨਾ ਮਤਲਬ ਭਾਰਤ 'ਚ ਤੇ ਗੁੱਬ ਘਵਾਰ ਤੇ ਕੱਢ ਲੈਂਦੇ ਆ ਨਾ ਰੌਲਾ ਪਾ ਕੇ। ਇੱਥੇ ਤੇ ਉਹ ਵੀ ਪ੍ਰਥਾ ਨਹੀਂ ਹੈਗੀ। ਇੱਥੇ ਤੇ ਵਰਕ ਤੇ ਮੁੜ ਕੇ ਘਰ ਜਾ ਕੇ ਸੌਂ ਜਾਓ। ਅੱਜ ਮੈਂ ਇੱਕ ਆਰਟੀਕਲ ਪੜ੍ਹਦਾ ਸੀ ਸਵੇਰੇ, ਉਹ ਵੀ ਐਗਜ਼ੈਕਟਲੀ ਆਹੀ ਗੱਲ ਕਰ ਰਿਹਾ ਸੀ। ਉਹ ਕਹਿੰਦੇ ਵੀ ਸਮਝ ਨਹੀਂ ਲੱਗ ਰਹੀ ਕਿ ਕੀ ਹੋ ਰਿਹਾ। ਹਾਂਜੀ, ਇੱਕ ਪਾਸੇ ਤਾਂ ਹਾਈ ਇੰਟਰਸਟ ਰੇਟ ਦਾ ਇਫੈਕਟ ਰਾਈਟ ਵੇ ਦੇਖੋ ਘਰਾਂ ਦੇ ਇਸ ਇਕੋਨਮੀ ਸਟਾਰਟ ਟੂ ਕੂਲ ਡਾਊਨ। ਘਰਾਂ ਦੀ ਕੀਮਤ 'ਚ 20% ਦਾ ਥੱਲੇ ਆ ਗਏ। 12% ਦੀ ਅਜੇ ਪਛੀਨਗੋਈ ਹੋ ਰਹੀ ਆ, 12% ਹੋਰ ਥੱਲੇ ਜਾਣਗੇ। ਹਾਂ, ਉਹ ਤੋਂ ਬਾਅਦ ਫਿਰ ਗੈਸ ਦੀ ਪ੍ਰਾਈਸ ਥੱਲੇ ਆ ਰਹੀ ਹੈ। BMO ਕਹਿ ਰਿਹਾ ਗੈਸ ਦੀ ਪ੍ਰਾਈਸ ਥੱਲੇ ਆ ਰਹੀ ਹੈ। ਦੂਜੇ ਪਾਸੇ 1 ਮਿਲੀਅਨ ਲੋਕਾਂ ਦੀਆਂ ਜੋਬਾਂ ਜਿਹੜੇ ਬਿਜ਼ਨਸ ਆ ਉਹ ਕਹਿੰਦੇ ਸਾਨੂੰ EMPLOYE ਨਹੀਂ ਮਿਲ ਰਿਹਾ ਹੈ। ਇੱਕ ਵੈਕੈਂਸੀ ਹੈ, 1 ਮਿਲੀਅਨ ਵੈਕੈਂਸੀ ਹੈ। ਐਂਡ ਦੈਨ ਜਿਹੜੀ EMPLOYER ਹੈ, ਕਾਰਪੋਰੇਸ਼ਨਸ ਹੈ, ਉਹਨਾਂ ਦੇ ਪ੍ਰੋਫਿਟ ਵਿੱਚ ਕੋਈ ਫਰਕ ਨਹੀਂ ਪਿਆ। ਅੱਛਾ, ਜਿਹੜਾ ਦੈਨ ਦੂਏ ਪਾਸੇ ਵਰੀ ਕੀਤੀ ਜਾ ਰਹੀ ਹੈ ਕਿ ਰਿਸੈਸ਼ਨ ਨੂੰ ਕਾਲ ਕੀਤਾ ਜਾ ਰਿਹਾ ਕਿ ਰਿਸੈਸ਼ਨ ਆ ਰਿਹਾ। ਸੋ ਇਹ ਕਨਫਿਊਜ਼ਡ ਐਵਰੀਥਿੰਗ, ਜਿਹੜਾ ਡੇਟਾ ਇਜ਼ ਕਨਫਿਊਜ਼ਡ, ਇਕੋਨਮੀ ਇਜ਼ ਕਨਫਿਊਜ਼ਡ, ਇਕੋਨੋਮਿਸਟਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਵਾਟਸ ਗੋਇੰਗ ਔਨ ਇਨ ਦੀ ਮਾਰਕੀਟ। ਇੱਕ ਪਾਸ ਦੇਖੋ ਵਾਟ ਇਜ਼ ਰਿਸੈਸ਼ਨ ਉਹਨੂੰ ਕਹਿੰਦੇ ਆ ਜਦੋਂ 2 ਕੁਆਰਟਰ 'ਚ GDP ਨੈਗੇਟਿਵ ਆਵੇ, ਮਤਲਬ ਜਿਹੜਾ ਕਾਰਪੋਰੇਸ਼ਨ ਦੇ ਪ੍ਰੋਫਿਟ ਹੈ ਉਹ ਨੈਗੇਟਿਵ ਆਉਣ, ਇਕੋਨਮੀ ਸਲੋ ਹੋ ਜਾਏ, ਰਾਈਟ? ਨਹੀਂ, ਵਰਲਡ ਹੋ ਜਾਏ ਜਾਂ ਫਿਰ ਇਕੱਲੇ ਕੰਟਰੀ 'ਚ, ਇਕੱਲੇ ਕੰਟਰੀ 'ਚ, ਵੱਖਰੇ ਮੁਲਕਾਂ 'ਚ ਵੱਖਰੇ ਵੀ ਤੇ ਚੱਲਦੇ ਆ ਨਾ। ਵੱਖਰੇ ਕੰਟਰੀ 'ਚ। ਐਂਡ ਹੁਣ ਜੇ ਦੇਖੋ ਅੱਜ ਦੀ ਸਿਚੁਏਸ਼ਨ 'ਚ ਜੇ ਦੇਖਿਆ ਜਾਵੇ ਕਿ ਅਮਰੀਕਾ ਦੇ ਵਿੱਚ ਪਿਛਲੇ ਕੁਆਰਟਰ 'ਚ ਇਕੋਨਮੀ 1.6% ਕੰਟਰੈਕਸ਼ਨ 'ਚ ਗਈ ਹੈ ਐਂਡ ਇਸ ਕੁਆਰਟਰ ਵਿੱਚ 0.9% ਕੰਟਰੈਕਸ਼ਨ 'ਚ ਗਈ ਹੈ। ਜੇ ਫੰਡਾਮੈਂਟਲੀ ਜੋ ਇਹਨਾਂ ਦੇ ਸਿਧਾਂਤ ਦੇ ਮੁਤਾਬਕ ਦੈਟ ਮੀਨਸ ਅਮਰੀਕਾ ਇਜ਼ ਆਲਰੇਡੀ ਇਨ ਰਿਸੈਸ਼ਨ ਐਂਡ ਕੈਨੇਡਾ ਦੀ ਇਕੋਨਮੀ ਕੰਟਰੈਕਸ਼ਨ ਵਿੱਚ ਨਹੀਂ ਗਈ, ਇੱਥੇ 1% ਹੁਣ ਗਰੋਥ ਹੋਈ ਹੈ। ਦੂਜੇ ਪਾਸੇ ਇਹੀ ਹਾਲ ਅਮਰੀਕਾ ਵਿੱਚ ਆ, ਇਹੀ ਹਾਲ ਇੱਥੇ ਆ, ਇਹੀ ਹਾਲ ਯੂਰਪ ਦੇ ਵਿੱਚ ਹੈ। EMPLOYE ਮਿਲ ਨਹੀਂ ਰਹੇ, EMPLOYERS ਨੂੰ EMPLOYE ਮਿਲ ਨਹੀਂ ਰਹੇ। ਅੱਛਾ, ਵਾਟ ਇਜ਼ ਰਿਸੈਸ਼ਨ? ਜਦੋਂ 2 ਕੁਆਰਟਰਸ ਥੱਲੇ ਆਉਂਦਾ ਔਨ ਦੀ ਸੇਮ ਹੈਂਡ ਅਨਪਲੋਇਮੈਂਟ ਵੱਧ ਜਾਂਦੀ ਹੈ। ਅਨਪਲੋਇਮੈਂਟ ਲੋਕੀ ਫੈਕਟਰੀਆਂ ਦੇ ਵਿੱਚ ਉਹ ਕਰ ਦਿੰਦੇ, ਲੇ ਆਫ ਕਰ ਦਿੰਦੇ ਕਿਉਂਕਿ ਡਿਮਾਂਡ ਘਟ ਜਾਂਦੀ ਹੈ, ਇਸ ਲਈ ਉਹਨਾਂ ਨੂੰ ਲੇ ਆਫ ਕਰਨਾ ਪੈਂਦੀ। ਪਰ ਅੱਜ ਦੀ ਸਿਚੁਏਸ਼ਨ 'ਚ ਇੰਟਾਇਰਲੀ ਡਿਫਰੈਂਟ ਹੈ। ਤੁਸੀਂ ਦੇਖੋ ਆ ਪਿਛਲੇ ਦਿਨੀ ਰਿਪੋਰਟ ਆਈ ਆ, ਮੈਂ ਹਾਲੇ ਇਕੱਲੇ ਰਿਪੋਰਟ ਪੜ੍ਹਦਾ, ਤੁਹਾਨੂੰ ਪਤਾ ਮੇਰਾ ਇਕੋਨਮੀ ਦਾ ਸਬਜੈਕਟ ਹੈ, ਮੈਂ ਇਕੱਲੇ ਰਿਪੋਰਟ ਪੜ੍ਹਦਾ ਸੀ। BCE ਦੀ ਰਿਪੋਰਟ ਆਈ ਆ, ਟੈਲੀਫੋਨ ਵਾਲਿਆਂ ਦੀ, ਟੈਲਿਸ ਦੀ ਆਈ ਆ, ਫਿਰ Amazon ਦੀ ਆਈ ਆ, ਬਾਕੀ ਵੀ ਹੋਰ ਵੀ ਜਿਹੜੀਆਂ ਕਾਰਪੋਰੇਸ਼ਨ ਦੀ ਰਿਪੋਰਟਾਂ ਆਈਆਂ ਜਿਹੜੀ ਕੁਆਰਟਰਲੀ ਰਿਪੋਰਟਸ ਪੇਸ਼ ਕਰਦੇ ਆ, ਦੇ ਮੇਕ ਪ੍ਰੋਫਿਟ
ਐਂਡ ਦੇ ਮੇਕ ਦੀ ਰੈਕਡ ਦੈਨ ਪਹਿਲਾਂ ਨਾਲੋਂ ਹਾਂ ਰੈਕਡ ਨਵੇਂ ਰੈਕਡ ਬਣ ਰਹੇ। ਦੈਟਸ ਰਾਈਟ। ਤੇ ਦੂਜੇ ਪਾਸੇ ਐਮਾਜ਼ੋਨ ਜਿੱਥੇ ਉਹਨਾਂ ਨੇ ਇੰਨਾ ਪ੍ਰੋਫਿਟ ਬਣਾਇਆ, ਉੱਥੇ 1 ਲੱਖ ਬੰਦਾ ਲੇ ਆਫ ਕਰ ਰਹੇ ਹੋ। ਐਂਡ ਓਵਰਆਲ ਇਕੋਨਮੀ ਵਿੱਚ ਜਿਹੜੇ ਹੈਗੇ ਆ ਸਮਾਲ ਬਿਜ਼ਨਸਮੈਨ, ਬਿਗ ਬਿਜ਼ਨਸਮੈਨ, ਉਹ ਐਡਵਰਟਾਈਜ਼ ਕਰ ਰਿਹਾ। ਤੁਸੀਂ ਇੰਡਸਟਰੀਅਲ ਸੈਕਟਰ ਜਾਓ, ਹਰ ਫੈਕਟਰੀ ਦੇ ਮੋਹਰੇ ਲੱਗਾ ਵੀ ਨੀਡ EMPLOYE, ਵੀ ਨੀਡ ਹੈਲਪ। ਉਹਨਾਂ ਨੂੰ EMPLOYE ਨਹੀਂ ਮਿਲ ਰਿਹਾ। ਸੋ ਇਹ ਜਿਹੜਾ ਡੇਟਾ ਸਾਰਾ ਕਨਫਿਊਜ਼ਡ ਹੈ, ਇਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ। ਇਕੋਨੋਮਿਸਟ ਆਪ ਦੇ ਆਰ ਡਿਵਾਈਡਡ, ਉਹਨਾਂ ਨੂੰ ਆਪ ਨਹੀਂ ਪਤਾ ਲੱਗ ਰਿਹਾ ਕਿ ਵਾਟਸ ਗੋਇੰਗ ਔਨ ਇਨ ਦੀ ਇਕੋਨਮੀ। ਹੁਣ ਅੱਜ ਦੀ ਜਿਹੜੀ ਰਿਪੋਰਟ ਆਈ ਹੈ, ਅਮਰੀਕਾ ਦੇ ਵਿੱਚ ਜਿਹੜੀ ਅਨਪਲੋਇਮੈਂਟ ਹੈ ਉਹ 3.5% ਹੈ, ਐਂਡ ਕੈਨੇਡਾ ਵਿੱਚ 4.9% ਹੈ। ਕੈਨੇਡਾ 'ਚ 5% ਤੋਂ 4.9%। ਐਂਡ ਕੈਨੇਡਾ ਵਿੱਚ ਬਜਾਏ ਇਹ ਐਕਸਪੈਕਟ ਕਰਦੇ ਸੀ ਕਿ 15,000 ਜੋਬਾਂ ਕ੍ਰੀਏਟ ਹੋਣਗੀਆਂ, ਕੈਨੇਡਾ 'ਚ ਇਸ ਕੁਆਟਰ 'ਚ 31,000 ਜੋਬਾਂ ਲੂਜ਼ ਹੋਈਆਂ। ਪਿਛਲੀ ਦਫਾ 30,000 ਜੋਬਾਂ ਲੂਜ਼ ਹੋਈਆਂ। ਪਰ ਸਟਿਲ ਜਿਹੜੇ ਇੰਪਲੋਇਰ ਆ ਉਹ ਕਹਿੰਦੇ ਸਾਨੂੰ EMPLOYE ਨਹੀਂ ਮਿਲ ਰਿਹਾ। ਸੋ ਇਹ ਮੈਨੂੰ ਲੱਗਦਾ ਜਿਹੜਾ ਇਹ ਕੱਟੀ ਹੈ, ਇਹ ਨਿਕਲਣਾ ਇੱਦਾਂ ਹੈ ਕਿ ਜਿਹੜੀਆਂ ਬੈਂਕਾਂ ਦੇ ਡਿਟਰਮਿੰਡ। ਹੁਣ ਪਿਛਲੀ ਦਫਾ 40 ਸਾਲ ਕਦੀ ਪਹਿਲੋਂ ਇੰਨਾ ਇੰਟਰਸਟ ਰੇਟ 'ਚ ਵਾਧਾ ਨਹੀਂ ਹੋਇਆ ਜਿੰਨਾ ਆਲ ਆਫ ਅ ਸਡਨ 1%। ਕਦੀ ਵੀ ਨਹੀਂ ਕਰਦੇ। 0.25 ਤੋਂ ਵੱਧ ਨਹੀਂ ਸੀ ਕਰਦੇ, ਰਿਸਕ ਲੈਂਦੇ ਨਹੀਂ ਸੀ। ਐਂਡ ਅਮਰੀਕਾ ਵਾਲਿਆਂ ਨੇ 0.75 ਕੀਤਾ। ਹੁਣ ਐਕਸਪੈਕਟ ਕਰਦੇ ਆ ਵੀ ਇਕੋਨਮੀ ਸਲੋ ਡਾਊਨ ਹੋਊਗੀ। ਡੇਟਾ ਜਦੋਂ ਉਹ ਡੇਟਾ ਪੜ੍ਹਦੇ ਆ ਤਾਂ ਉਹ ਦੈਟ ਸਰਪ੍ਰਾਈਜ਼ਸ ਦੈਮ ਟੂ। ਸੋ ਵਾਟਸ ਗੋਇੰ ਟੂ ਹੈਪਨ ਨਾਓ, ਸਪਟੰਬਰ 'ਚ ਅਗੇਨ ਬੈਂਕ ਆਫ ਕੈਨੇਡਾ ਦੀ ਰਿਪੋਰਟ ਨਾ ਮੀਟਿੰਗ ਹੋਣੀ ਹੈ। ਦੇ ਗੋਇੰ ਟੂ ਇਨਕਰੀਜ਼ ਦੀ ਇੰਟਰਸਟ ਰੇਟ ਪ੍ਰੋਬਬਲੀ, ਕਿਉਂਕਿ ਜਿਹੜੀ ਅਨਪਲੋਇਮੈਂਟ ਹੈ 4.9%, ਉਹ ਇਹ ਦੱਸ ਰਹੀ ਹੈ ਕਿ ਇਕੋਨਮੀ ਸਟਿਲ ਹਾਲੇ ਸਟਰੋਂਗ ਹੈ। ਨਥਿੰਗ ਗੋਇੰ ਟੂ ਹੈਪਨ। ਸੋ ਮੇਬੀ ਦੇ ਵਿਲ ਗੋ ਫॉर 0.5%, ਮੇਬੀ 3/4, ਸ਼ਾਇਦ 1% ਫੇ ਕਰ ਦੇਣ। ਐਂਡ ਅਮਰੀਕਾ ਵਾਲੇ 0.75 ਤਾਂ ਉਹਨਾਂ ਨੇ ਹਾਲੇ ਵੀਕ ਪਹਿਲਾਂ ਕੀਤੀ ਹੈ। ਫੇਰ ਕਰ ਸਕਦੇ ਹੋ। ਐਂਡ ਐਗਜ਼ੈਕਟਲੀ ਉੱਥੇ ਜਿਹੜੀ ਅਮਰੀਕਾ ਦੀ ਇਨਫਲੇਸ਼ਨ ਹੈ ਇਸ ਮਹੀਨੇ ਆਉਣੀ ਹੈ ਰਿਪੋਰਟ, ਦੈਨ ਦੇ ਵਿਲ ਸੀ ਇਟ। ਪਰ ਰਿਗਾਰਡਲੈਸ ਦੇ ਗੋਇੰ ਟੂ ਇਨਕਰੀਜ਼ ਦੀ ਇੰਟਰਸਟ ਰੇਟ, ਮੇਰਾ ਖਿਆਲ ਹੈ 0.5% to 3/4 ਅਗੇਨ। ਆਪਾਂ ਜੇ ਆਪਾਂ ਕੰਪੇਅਰ ਕਰੀਏ ਕੈਨੇਡਾ ਅਮਰੀਕਾ ਦਾ, ਆਪਾਂ ਕਹਿੰਦੇ ਆ ਕਿ ਇੱਕੋ ਜਿਹਾ ਇਹਨਾਂ ਦਾ ਸਾਰਾ ਸੁਭਾਅ ਮਿਲਦਾ ਇਕੋਨਮੀ ਦੇ ਪੱਖ ਤੋਂ ਵੀ ਤੇ ਉੱਦਾਂ ਵੀ। ਜਿਹੜੀ ਆਪਣਾ ਇੰਟਰਸਟ ਰੇਟ ਆ ਉਹ ਕਿਤੇ ਲਗਭਗ ਲੈਵਲ ਨੇ ਇਸ ਵੇਲੇ ਅਮਰੀਕਾ ਤੇ ਕੈਨੇਡਾ। ਜਿਹੜਾ ਕੈਨੇਡਾ ਦੇ ਵਿੱਚ ਇੰਟਰਸਟ ਰੇਟ ਪ੍ਰਾਈਮ ਲੈਂਡਿੰਗ ਰੇਟ 4.7% ਐਂਡ ਅਮਰੀਕਾ ਦੇ ਵਿੱਚ ਹੈਗਾ 5.5%। ਮਤਲਬ ਸਾਨੂੰ ਵੀ ਜ਼ਿਆਦਾ ਹੈ। ਸਾਨੂੰ ਇੱਕ ਫਿਰ ਕੀ ਕਾਰਨ ਹੈ ਕਿ ਉੱਥੋਂ ਦੀ ਰੀਅਲ ਸਟੇਟ ਕੂਲ ਹੈ ਸਾਡੇ ਨਾਲੋਂ? ਅੱਜ ਵੀ ਆਪਾਂ ਭਾਵੇਂ ਇਹਨੂੰ ਕੰਟਰੋਲ ਕਰਨ ਦੀ ਕੋਈ ਯਤਨ ਹੋ ਰਿਹਾ, ਪਰ ਜੇ ਵੱਡੇ ਸ਼ਹਿਰਾਂ ਨੂੰ ਛੱਡ ਦਈਏ, ਨਿਊਯਾਰਕ ਨੂੰ, ਦੂਜਿਆਂ ਨੂੰ, ਤੇ ਜਿਹੜੀ ਅਮਰੀਕਾ ਦੀ ਰੀਅਲ ਸਟੇਟ ਮਾਰਕੀਟ ਆ ਉਹ ਬਹੁਤ ਜ਼ਿਆਦਾ ਫਰਕ ਹੈ ਸਾਡੇ ਨਾਲ। ਉਹ ਤੇ ਰੇਟ ਇੰਟਰਸਟ ਵੀ ਜ਼ਿਆਦਾ ਉਹਨਾਂ ਦਾ। ਕੀ ਕਾਰਨ ਹੈ? ਦੇਖੋ ਦੋਨੇ ਕੰਟਰੀ ਡਿਫਰੈਂਟ ਹੈ। ਕੈਨੇਡਾ ਦੇ ਅਮਰੀਕਾ ਵਾਲੇ ਇੰਨੇ ਇਮੀਗ੍ਰਾਂਟਸ ਨਹੀਂ ਮੰਗਾਉਂਦੇ ਆ, ਉਹਨਾਂ ਨੂੰ ਵੀ ਲੋੜ ਹੈ ਇਮੀਗ੍ਰਾਂਟਸ ਦੀ। ਇੱਥੇ ਕੈਨੇਡਾ ਦੇ ਵਿੱਚ ਇਮੀਗ੍ਰਾਂਟਸ 4 ਲੱਖ, ਪਤਾ ਨਹੀਂ ਖਰੇ 13,000 ਇਸ ਸਾਲ ਆਉਣੇ ਆ। 4 ਲੱਖ ਤੋਂ ਉੱਪਰ ਪਿਛਲੇ ਸਾਲ ਆਏ, 4,21,000 ਅਗਲੇ ਸਾਲ ਆਉਣੇ ਆ। ਐਂਡ ਫਿਰ ਕੈਨੇਡਾ ਦੇ ਵਿੱਚ ਲਾਂਡਰਿੰਗ ਮਨੀ ਬਹੁਤ ਆ ਰਹੀ ਆ, ਇਲੀਗਲ ਮਨੀ ਬਹੁਤ ਆ ਰਹੀ ਆ, ਲੀਗਲ ਮਨੀ ਬਹੁਤ ਆ ਰਹੀ ਹੈ। ਕੈਨੇਡਾ ਕਹਿੰਦੇ ਆ ਜਿਹੜਾ ਵਰਲਡ ਦੇ ਵਿੱਚ ਤੁਸੀਂ ਕੰਪੇਅਰ ਟੂ ਦੀ ਅਦਰ ਵਰਲਡ, ਕੈਨੇਡਾ ਇਜ਼ ਸਟਿਲ ਵੈਰੀ ਪੀਸਫੁਲ। ਕੈਨੇਡਾ ਦੀ ਜਿਹੜੀ ਇਕੋਨਮੀ ਇਜ਼ ਡੂਇੰਗ ਨਾਟ ਟੂ ਬੈਡ ਕੰਪੇਅਰ ਟੂ ਦੀ ਅਦਰ ਵਰਲਡ। ਹੁਣ ਅਮਰੀਕਾ 'ਚ ਇੰਟਾਇਰਲੀ ਡਿਫਰੈਂਟ ਹੈ। ਉੱਥੇ ਪਾਪੂਲੇਸ਼ਨ 4 ਲੱਖ ਕਿੰਨੀ ਹੈ, 430 ਮਿਲੀਅਨ ਮੇਰਾ ਖਿਆਲ ਹੈ। ਆਪਣੇ 3 ਆਪਣੀ 3.7 37। ਸੋ ਅਮਰੀਕਾ ਦੇ ਵਿੱਚ ਵੀ ਘਰਾਂ ਦੀ ਕੀਮਤਾਂ ਹੁਣ ਕਾਫੀ ਵਧੀਆ ਸੀ, ਉਹਨਾਂ 'ਚ ਹੁਣ ਖੜੋਤ ਆਊਗੀ। ਉੱਥੇ ਵੀ ਥੱਲੇ ਆਈਆਂ, ਇੱਥੇ ਵੀ ਥੱਲੇ ਆਈਆਂ। ਇੱਥੇ ਹੁਣ ਜਿਹੜਾ ਹੁਣ ਡੇਟਾ ਆਇਆ ਕੱਲ ਪਰਸੋਂ 47% ਕੀਮਤਾਂ ਸੇਲ ਘਟੀ ਹੈ ਐਂਡ 20% ਕੀਮਤਾਂ ਘਟੀਆਂ। ਟਗ ਆਫ ਵਾਰ ਚੱਲ ਰਹੀ ਹੈ, ਜਿਹੜੇ ਬੰਦੇ ਘਰ ਵੇਚਣਾ ਚਾਹੁੰਦੇ ਤੇ ਜਿਹੜੇ ਬੰਦੇ ਘਰ ਲੈਣਾ ਚਾਹੁੰਦੇ ਆ। ਐਂਡ ਸੂਨ ਔਰ ਲੇਟਰ ਆਈ ਥਿੰਕ ਜਿਹੜੇ ਸੈਲਰ ਹੈ ਦੇ ਹੈਵ ਟੂ ਬੀ ਕਨਵਿੰਸਡ ਕਿ ਅਸੀਂ ਮਾਰਕੀਟ ਫੋਰਸਿਸ ਜਿਹੜੀਆਂ ਦੇ ਹੈਵ ਟੂ ਐਕਸੈਪਟ ਇਟ ਐਂਡ ਦੇ ਸ਼ੁੱਡ ਬ੍ਰਿੰਗ ਦੀ ਪ੍ਰਾਈਸ ਡਾਊਨ। ਪਰ ਔਨ ਦਿਸ ਅਦਰ ਹੈਂਡ ਜਿਹੜੇ ਰੈਂਟ ਹੈ, ਰੈਂਟ ਬਹੁਤ ਵੱਧ ਗਿਆ।
20% ਰੈਂਟਾਂ ਦੇ ਵਿੱਚ ਵਾਧਾ ਹੋ ਗਿਆ। ਉਹ ਫਿਰ ਕਈ ਤਾਂ ਹੋਮ ਓਨਰਸ ਇਹ ਵੀ ਸੋਚਦੇ ਆ ਵੀ ਇੰਨਾ ਕਿਰਾਇਆ ਵੱਧ ਗਿਆ, ਜੇ ਘਰ ਨੂੰ ਕੈਰੀ ਕੀਤਾ ਜਾ ਸਕਦਾ ਤੇ ਰੈਂਟ ਤੇ ਦੇ ਦਿਓ। ਸੋ ਇਹ ਮੇਰਾ ਖਿਆਲ ਹੈ ਬੈਂਕ ਲਈ ਚੈਲੰਜ ਹੈ, ਦੋਨਾਂ ਬੈਂਕਾਂ ਲਈ, ਅਮਰੀਕਾ ਲਈ ਵੀ ਤੇ ਇੱਥੇ ਲਈ ਵੀ। ਐਂਡ ਇਹਦਾ ਇਟਸ ਗੋਨਾ ਬੀ ਡਿਸਾਈਡਡ ਵਿਦਨ ਫਿਊ ਮੰਥਸ। ਅੱਛਾ, ਆਪਣੇ 6 months। ਢੀਂਡਸਾ ਸਾਹਿਬ ਆਪਾਂ ਸਾਰੇ ਡਿਸਕਸ ਕਰ ਲਏ ਕਿ ਇਕਨੋਮੀ ਨੂੰ ਜਿਹੜਾ ਡਿਸਟਰਬ ਹੋਈ ਆ, ਜਿੱਦਾਂ ਆਪਾਂ ਕੋਵਿਡ ਦਾ ਲਾਗੇ ਗੱਲ ਇੱਕ ਬਹਾਨਾ ਕਹਿ ਲਓ ਜਾਂ ਕਹਿ ਲਓ ਵੀ ਕੋਵਿਡ ਕਰਕੇ ਇਕਨੋਮੀ ਬਹੁਤ ਖਰਾਬ ਰਹੀ। ਤੇ ਹੁਣ ਪਿਛਲੇ 3-4 ਮਹੀਨਿਆਂ ਤੋਂ ਇੱਕ ਹੋਰ ਜਿਹੜਾ ਇਹ ਸਿਸਟਮ ਹੈ ਉਹਦੇ ਕੋਲ ਇੱਕ ਨਵੀਂ ਚੀਜ਼ ਆ ਗਈ ਸੀਗੀ, ਯੂਕਰੇਨ ਵਾਰ। ਜੇ ਫੂਡ ਦੀ ਗੱਲ ਹੋਈ ਤੇ 33% ਯੂਕਰੇਨ ਤੋਂ ਜਾਂਦਾ ਸੀ, ਜੇ ਆਇਲ ਦੀ ਗੱਲ ਹੋਈ ਤੇ ਸਾਰਾ ਯੂਰਪ ਯੂਕਰੇਨ ਤੇ ਜਾਂ ਰਸ਼ੀਆ ਤੇ ਡਿਪੈਂਡੈਂਟ ਸੀਗਾ। ਤੇ ਮਤਲਬ ਨਵੀਂ ਚੀਜ਼ ਕੋਈ ਆ ਜਾਂਦੀ, ਇੱਕ ਚੀਜ਼ ਨੂੰ ਜੇ ਸੰਭਾਲ ਰਹੇ ਹੁੰਦੇ ਤੇ ਨਵੀਂ ਚੀਜ਼ ਆ ਜਾਂਦੀ ਆ। ਤੇ ਜਿਹੜੀ ਵਾਰ ਹੈ ਇਹਨੂੰ ਤਾਂ ਸੰਭਾਲਣ ਵਾਲਾ ਹੈ ਹੀ ਕੋਈ ਨਹੀਂ। ਹੁਣ ਤੇ ਨਾਟੋ ਕਹੀ ਜਾਂਦਾ ਵੀ ਇਹ ਸਾਲੋ ਸਾਲ ਚੱਲੀ ਜਾਣੀ ਆ। ਤੇ ਫਿਰ ਇਕਨੋਮੀ ਨੂੰ ਜੇ ਇੱਕ ਕੰਟਰੀ ਦੀ ਵਾਰ ਇੰਨਾ ਜ਼ਿਆਦਾ ਹਿੱਟ ਕਰ ਸਕਦੀ ਆ ਤੇ ਫਿਰ ਵਰਲਡ ਉਹਦੇ ਤੇ ਬੇਵਸ ਨਹੀਂ ਹੋ ਜਾਏਗਾ, ਜਦੋਂ ਉਹਨਾਂ ਕੋਲ ਕੋਈ ਉਹਦਾ ਅਲਟਰਨੇਟਿਵ ਹੀ ਨਹੀਂ, ਉਹਨੂੰ ਰੋਕ ਹੀ ਨਹੀਂ ਸਕਦੇ। ਵਾਰ ਦਾ ਤਾਂ ਮੈਂ ਤਾਂ ਹੀ ਤੁਹਾਨੂੰ ਪੁੱਛਿਆ ਸੀ ਕਿ ਵਰਲਡ ਲੈਵਲ ਦਾ ਲੀਡਰ ਹੈ ਕੋਈ ਜਿਹੜਾ ਇਹਨਾਂ ਚੀਜ਼ਾਂ ਨੂੰ ਵੀ ਕੰਟਰੋਲ ਕਰ ਸਕੇ। ਇਸ ਵੇਲੇ ਵਰਲਡ ਲੈਵਲ ਦਾ ਸਰਦਾਰ ਹੈ ਨਹੀਂ ਕੋਈ। ਹਾਂ, ਸਰਦਾਰ ਹੈ ਨਹੀਂ, ਕਿਉਂਕਿ ਕੋਈ ਕੰਟਰੀ ਵੀ ਸਰਦਾਰ ਨਹੀਂ, ਕੋਈ ਇੰਡੀਵਿਜੂਅਲ ਲੀਡਰ ਵੀ ਨਹੀਂ ਹੈਗਾ। ਫਸਟ ਵਰਲਡ ਵਾਰ ਤੋਂ ਬਾਅਦ ਅਮਰੀਕਾ ਨਾ ਜਿਹੜਾ ਯੂਰਪ ਸੀ, ਖਾਸ ਤੌਰ ਤੇ ਇੰਗਲੈਂਡ, ਉਹਦੀ ਇਕਨੋਮੀ, ਉਹਦੀ ਸਭ ਕੁਝ, ਉਹ ਵਰਲਡ ਦਾ ਲੀਡਰ ਬਣਿਆ। ਉਹ ਤੋਂ ਬਾਅਦ ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਤੋਂ ਸਾਰਾ ਖਿੱਚ ਕੇ ਨਾਰਥ ਅਮਰੀਕਾ ਚ ਆ ਗਈ। ਹਾਂਜੀ, ਨਾਰਥ ਅਮਰੀਕਾ ਚ ਆ ਗਈ। ਹੁਣ ਇਹ ਸ਼ਿਫਟ ਹੋ ਗਈ ਚਾਈਨਾ ਲਈ, ਰਾਈਟ। ਚਾਈਨਾ ਅਜੇ ਐਕਸੈਪਟ ਨਹੀਂ ਕਰ ਰਿਹਾ ਨਾਰਥ ਅਮਰੀਕਾ। ਅਮਰੀਕਾ ਨੂੰ ਅਜੇ ਐਕਸੈਪਟ ਨਹੀਂ ਕਰ ਰਿਹਾ, ਇਹਨਾਂ ਨੂੰ ਜਾ ਰਹੀ ਆ, ਪਤਾ ਲੱਗ ਰਿਹਾ ਵੀ ਹੋ ਰਹੀ ਆ। ਇਹਨਾਂ ਤੋਂ ਉਹ ਡਾਈਜੈਸਟ ਨਹੀਂ ਹੋ ਰਿਹਾ। ਔਰ ਪਹਿਲਾਂ ਹੁੰਦਾ, ਪਿਛਲੇ ਯੁੱਗ 'ਚ ਹੁੰਦਾ ਸੀ ਜਾ ਕੇ ਦੇਸ਼ਾਂ ਦੇ ਉੱਤੇ ਕਬਜ਼ਾ ਕਰ ਲਓ, ਸਲੇਵ ਬਣਾ ਲਓ, ਆਹ ਕਰ ਲਓ, ਆਹ ਕਰ ਲਓ। ਹੁਣ ਡਿਫਰੈਂਟ ਟਾਈਪ ਦਾ। ਹੁਣ ਜਿੱਦਾਂ ਚਾਈਨਾ ਸਾਰੇ ਅਫਰੀਕਾ ਨੂੰ ਆਲਮੋਸਟ ਕੰਟਰੋਲ ਕਰ ਰਿਹਾ। ਉੱਥੇ ਜਾਓ, ਸਰਕਾਰਾਂ ਦੀ ਹੈਲਪ ਕਰੋ, ਉੱਥੇ ਜਿਹੜੇ ਇਨਫਰਾਸਟਰਕਚਰ ਆ, ਉੱਥੇ ਦੀ ਰੇਲਵੇ, ਦਿਸ ਐਂਡ ਦੈਟ, ਉਹ ਸਾਰੇ ਉਹ ਬਣਾਉਣੇ ਸ਼ੁਰੂ ਕਰ ਦਿਓ। ਐਂਡ ਦੈਨ ਸਲੋਲੀ ਇਫ ਯੂ ਕੰਟਰੋਲ ਦੀ ਇਕਨੋਮੀ, ਉਹਨਾਂ ਦੇ ਜਿਹੜੇ ਰਿਸੋਰਸਿਸ ਆ ਉਹਨਾਂ ਨੂੰ ਕੰਟਰੋਲ ਕਰੋ, ਉਹਨਾਂ ਨੂੰ ਬਾਈ ਕਰੋ। ਅੱਛਾ, ਇਹ ਕੈਪੀਟਲਿਸਟ ਦਾ ਸਿਧਾਂਤ ਹਮੇਸ਼ਾ ਹੀ ਰਿਹਾ? ਬਾਕੀ ਮੁਲਕ ਵੀ ਇਦਾਂ ਕਰਦੇ ਰਹੇ ਜਾਂ ਚਾਈਨਾ ਤੇ ਇਲਜ਼ਾਮ ਲੱਗਦਾ ਕਿ ਉਹਦਾ ਇੱਕ ਮੱਕੜ ਜਾਲ ਆ ਕਰਜ਼ੇ ਦਾ, ਜਿਹੜਾ ਮੁਲਕ ਉਹਦੇ ਟ੍ਰੈਪ 'ਚ ਫਸ ਗਿਆ ਅਲਟੀਮੇਟਲੀ ਉਹ ਤਬਾਹ ਹੋਏਗਾ? ਦੇਖੋ, ਜਿਹੜੀ ਲੜਾਈ ਹੈ, ਲੜਾਈ ਤਾਂ ਮਾਰਕੀਟਿੰਗ ਦੀ ਹੈ। ਹਾਂ, ਰਾਈਟ। ਮਾਰਕੀਟਿੰਗ ਦੇ ਉੱਤੇ ਹੀ ਸਾਰਾ 11-12 ਮੁਲਕ ਦੱਸਦੇ ਆ ਜਿਹੜੇ ਇਸ ਵੇਲੇ ਪੂਰੀ ਤਰ੍ਹਾਂ ਜਿਹੜੀ ਚਾਈਨਾ ਦੀ ਇਕਨੋਮੀ ਉਹਦੀ ਜਕੜ 'ਚ ਹੈ ਤੇ ਉਹ ਵਿਚਾਰੇ ਉੱਠ ਨਹੀਂ ਪਾ ਰਹੇ। ਲੰਕਾ ਦਾ ਤੇ ਆਪਾਂ ਵੇਖਦੇ ਹਾਂ, ਜਿਹੜੇ ਤੁਸੀਂ ਕੰਟਰੀ ਕਹਿ ਰਹੇ ਹੋ ਅਫਰੀਕਨ ਕੰਟੀਨੈਂਟ ਦੇ ਉੱਤੇ, ਤੇ ਉਸ ਤੋਂ ਬਾਅਦ ਪਾਕਿਸਤਾਨ ਦਾ ਬੁਰਾ ਹਾਲ ਹੈ। ਪਾਕਿਸਤਾਨ ਦਾ ਹੈਰਾਨ ਹੈ ਵੀ ਪਾਕਿਸਤਾਨ ਦੀ ਪੋਲੀਟੀਕਲ ਲੀਡਰਸ਼ਿਪ ਤੇ ਕੁਝ ਨਹੀਂ ਕਰ ਰਹੀ। ਉਹਨਾਂ ਦਾ ਜਨਰਲ ਜਾ ਕੇ ਖਰਾਕ ਮੰਗਦਾ ਫਿਰਦਾ, ਕਦੀ ਵਿਚਾਰਾ ਕਿਤੇ ਚਲ ਜਾਂਦਾ, ਸਾਨੂੰ ਦੇ ਦਿਓ ਜੀ, ਸਾਡਾ ਗੁਜ਼ਾਰਾ ਨਹੀਂ ਹੁੰਦਾ। ਬਾਜਵਾ ਸਾਹਿਬ ਅੱਜ ਕੱਲ੍ਹ ਸਾਊਦੀ ਅਰੇਬੀਆ ਪਹੁੰਚੇ ਆ, ਕਦੀ ਕਿਤੇ ਜਾਂਦੇ ਆ, ਕਦੀ ਅਮਰੀਕਾ ਅੱਗੇ ਦਰਖਾਸਤਾਂ ਕਰਦੇ ਆ। ਚਲੋ ਉਹ ਤੇ ਸਿਆਸੀ ਉਹਨਾਂ ਦਾ ਆਪਣਾ ਮੰਜ਼ਰ ਹੈ, ਕੀ ਕਰਦੇ ਆ ਉਹ। ਪਰ ਹਾਂਜੀ, ਸ੍ਰੀਲੰਕਾ ਦੇ ਵਿੱਚ ਸ੍ਰੀਲੰਕਾ ਬ੍ਰੋਕ ਹੋ ਗਿਆ। ਉੱਥੇ ਸਾਰਾ ਸਿਸਟਮ ਫੇਲ ਹੋ ਗਿਆ। ਐਂਡ ਸਭ ਤੋਂ ਬਿਗੇਸਟ ਇਨਵੈਸਟਮੈਂਟ ਹੈਗੀ ਚਾਈਨਾ ਦੀ। ਚਾਈਨਾ ਨੇ ਉੱਥੇ ਚਾਈਨਾ ਇਹ ਨਹੀਂ ਕਹਿ ਸਕਿਆ ਵੀ ਜਿਹੜਾ ਅਸੀਂ ਤੁਹਾਨੂੰ ਕਰਜ਼ਾ ਦਿੱਤਾ ਹੈ ਇਹ 'ਚ ਅਸੀਂ ਮੁਆਫ ਕਰ ਦਿਆਂਗੇ। ਇਹ ਨਹੀਂ ਉਹਨਾਂ ਨੇ ਕੀਤਾ। ਉਹਨਾਂ ਐਕਸਟੈਂਡ ਕਰਾਉਣ ਲਈ ਬੇਨਤੀ ਕੀਤੀ, ਉਹਨਾਂ ਐਕਸਟੈਂਡ ਨਹੀਂ ਕੀਤਾ। ਉਹਨਾਂ ਨੇ ਐਕਸਟੈਂਡ ਵੀ ਨਹੀਂ ਕੀਤਾ। ਹਾਂ, ਇਹੀ ਹਾਲ ਅਫਰੀਕਾ 'ਚ ਉਹ ਕਰਨ ਰਿਹਾ। 9 ਕੰਟਰੀ ਅਫਰੀਕਨ ਕੰਟੀਨੈਂਟ ਦੇ, ਇਹੀ ਹਾਲ ਪਾਕਿਸਤਾਨ 'ਚ। ਹੁਣ ਫੀਅਰ ਇਹ ਆ ਜੋ ਕੁਝ ਸ੍ਰੀਲੰਕਾ 'ਚ ਹੋਇਆ ਉਹਦਾ ਇਫੈਕਟ ਦੂਸਰੇ ਕੰਟਰੀਆਂ 'ਤੇ ਵੀ ਹੋਊਗਾ। ਔਰ ਕਿੰਨਾ ਕੁ ਮੈਂ ਸਮਝਦਾ ਜਿੱਦਾਂ ਪਾਕਿਸਤਾਨ ਵਗੈਰਾ, ਬੰਗਲਾਦੇਸ਼ ਹੋਇਆ, ਇਹਨਾਂ ਦੇ ਉੱਤੇ ਇਫੈਕਟ ਹੋਣਾ ਆਲਮੋਸਟ ਸ਼ੁਰੂ ਹੋਇਆ। ਐਂਡ ਇਟਸ ਅ ਮੈਟਰ ਆਫ ਬੰਗਲਾਦੇਸ਼ ਤੇ ਲਗਭਗ ਮੈਨੂੰ ਲੱਗਦਾ ਢੀਂਡਸਾ ਸਾਹਿਬ ਤੁਸੀਂ ਜ਼ਿਆਦਾ ਡੀਪ ਜਾਂਦੇ ਹੋ, ਅਜੇ ਬਚਿਆ ਹੋਇਆ ਵਾ ਉਹ ਜਿਹੜੀ ਚਾਈਨਾ ਦੀ ਇਕਨੋਮੀ ਵਾਲਾ ਨੈਟਵਰਕ ਹੈ ਉਹ ਤੋਂ ਥੋੜਾ ਜਿਹਾ ਬਚਿਆ ਹੋਇਆ। ਹਾਲਾਂਕਿ ਜੇ ਫਸੇ ਆ ਤੇ ਉਹ ਜਿਹੜੇ ਭੂਟਾਨ ਤੇ ਉਹ ਨਿੱਕੇ ਨਿੱਕੇ ਉਹ ਉਸ ਕੰਟੀਨੈਂਟ ਦੇ ਕੰਟਰੀ ਨੇ ਜਿਨ੍ਹਾਂ ਦੇ ਵਿੱਚ ਮਿਆਂਮਾਰ ਵਗੈਰਾ ਨੇ, ਜਿੱਥੇ ਡਿਸਟਰਬੈਂਸ ਬੜੀ ਆ, ਤੇ ਉੱਥੇ ਤਾਂ ਜ਼ਰੂਰ ਚਾਈਨਾ ਦੀ ਬਾਜ਼ ਅੱਖ ਹੈਗੀ ਆ। ਪਰ ਜਿਹੜੇ ਹੈਗੇ ਆ ਬੰਗਾਲ ਵਾਲੇ, ਉਹਨਾਂ ਕਿਤੇ ਨਾ ਕਿਤੇ ਸੰਭਾਲ ਕੇ ਰੱਖੀ ਹੈ। ਉਹਨਾਂ ਦੀ ਪੋਜੀਸ਼ਨ ਇੰਡੀਆ ਨਾਲੋਂ ਚੰਗੀ ਹੈ ਕਈ ਹਾਲਤਾਂ 'ਚ। ਬੰਗਲਾਦੇਸ਼ ਦੀ ਥੋੜੀ ਬੈਟਰ ਹੈ, ਪਰ ਇੰਨੀ ਨਹੀਂ। ਬੰਗਲਾਦੇਸ਼ 'ਚ ਇੱਕ ਤਾਂ ਪਾਪੂਲੇਸ਼ਨ ਬਹੁਤ ਹੈ, ਦੂਜੀ ਮੇਨ ਉੱਥੇ ਇੰਡਸਟਰੀ ਹੈ ਨਹੀਂ, ਉਹ ਵੀ ਡਿਪੈਂਡੈਂਟ ਹੈ ਕਿਉਂਕਿ ਚਾਈਨਾ ਗੁਆਂਢ 'ਚ ਹੈ। ਸੀ ਦੇयर इज अ टग ऑफ वार इज़ गोइंग ऑन
ਬਿਟਵੀਨ ਚਾਈਨਾ, ਇੰਡੀਆ ਐਂਡ IMF। ਹੁਣ ਸ੍ਰੀਲੰਕਾ ਦੇ ਵਿੱਚ IMF ਆਪਣੀਆਂ ਸ਼ਰਤਾਂ ਦੇ ਮੁਤਾਬਕ ਉਹਨਾਂ ਨੂੰ ਕਹਿੰਦੇ ਆ ਵੀ ਸਾਡੀਆਂ ਆਹ ਸ਼ਰਤਾਂ ਮੰਨੋ। ਐਂਡ ਇੱਦਾਂ ਹੀ IMF ਤਾਂ ਸਾਰੇ ਵਰਲਡ ਦੇ ਵਿੱਚ ਹੀ ਰੋਲ ਅਦਾ ਕਰ ਰਹੀ ਹੈ। ਐਂਡ ਜਿਹੜਾ ਅਮਰੀਕਨ ਇੰਪੀਰੀਅਲਿਜ਼ਮ ਹੈ, ਆਈ ਥਿੰਕ ਉਹਨੂੰ ਸੈਟਬੈਕ ਲੱਗ ਰਹੀ ਹੈ। ਦੈਟਸ ਉਹ ਪਰ ਕਿਤੇ ਨਾ ਗਰਾਊਂਡ ਕਿਤੇ ਲੂਜ਼ ਕਰ ਰਿਹਾ। ਢਿੰਡ ਸਾਹਿਬ ਮੈਨੂੰ ਲੱਗਦਾ ਇਹ ਕਾਮਯਾਬ ਹੋ ਵੀ ਜਾਂਦੇ ਆ। ਤੁਸੀਂ ਦੇਖੋ ਏਸ਼ੀਅਨ ਬੈਂਕ ਇਹਨਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਬਰਾਬਰ ਦੀ ਇਕਨੋਮੀ ਕਰਨੀ, ਬ੍ਰਿਕ ਕੰਟਰੀ ਇਕੱਠੇ ਹੋਏ, ਉਹ ਕਿੱਥੇ ਰਹੇ? ਹੁਣ ਸਭ ਬਿਖਰ ਗਿਆ, ਗੱਲ ਹੀ ਨਹੀਂ ਬਣ ਸਕੀ। ਫਿਰ IMF ਤੇ ਵਰਲਡ ਬੈਂਕ ਫਿਰ ਉੱਤੇ ਰਹੇ, ਜਿਹਦੇ 'ਚ ਸਭ ਤੋਂ ਜ਼ਿਆਦਾ ਭਾਗੀਦਾਰੀ ਅਮਰੀਕਾ ਦੀ ਆ। ਤੇ ਜੇ ਉਹਦੇ ਪੈਰਲਲ ਕੋਈ ਢਾਂਚਾ ਬਣਨ ਲੱਗਦਾ ਤਾਂ ਉਹਨੂੰ ਤੇ ਬਣ ਨਹੀਂ ਦਿੰਦੇ। ਤੁਸੀਂ ਵੇਖੋ ਸ਼ੰਘਾਈ ਉਹਦਾ ਹੈਡ ਆਫਿਸ ਬਣਾਇਆ, ਭਾਰਤ ਨੇ ਕੰਟਰੀਬਿਊਟ ਕੀਤਾ, ਇੱਕ ਵਰਲਡ ਬੈਂਕ ਦੇ ਬਰਾਬਰ ਦਾ ਇੱਕ ਏਸ਼ੀਅਨ ਬੈਂਕ ਬਣਾਉਣ ਦੀ ਗੱਲ ਚੱਲੀ, ਉਹ ਨਹੀਂ ਚੱਲ ਸਕੀ। ਫਿਰ ਉਸ ਤੋਂ ਬਾਅਦ ਬ੍ਰਿਕ ਵਾਲਾ ਸਿਧਾਂਤ ਆਇਆ ਕਿ ਇਹ ਕੰਟਰੀ ਇਕੱਠੇ ਹੋ ਕੇ ਆਪਣੀ ਇਕਨੋਮੀ ਸੁਧਾਰ ਲੈਣਗੇ, ਉਹਨਾਂ ਦੀ ਗੱਲ ਨਹੀਂ ਚੱਲ ਸਕੀ। ਕੀ ਕਾਰਨ ਹੈ ਇਹਦਾ? ਦੇਖੋ ਇਹ ਆ ਅਸਲ ਵਿੱਚ ਜਿਹੜਾ ਕੈਪੀਟਲਿਜ਼ਮ ਹੈ, ਇੰਪੀਰੀਅਲਿਜ਼ਮ ਹੈ, ਇਹਨੂੰ ਹਾਈ ਟੈਕ ਨੇ ਬਚਾਇਆ। ਹਾਈ ਤੁਸੀਂ ਦੇਖੋ ਜਿੰਨਾ ਆ ਗੂਗਲ ਹੈ, ਸਾਰੀ ਇਹਦੀ ਰਿਸਰਚ ਅਮਰੀਕਾ 'ਚ ਹੋਈ ਹੈ। ਐਮਾਜ਼ੋਨ ਤਾਂ ਅਮਰੀਕਨ ਹੈ। ਐਂਡ ਨੇਮ ਐਨੀਥਿੰਗ, ਇਹ ਪੁਆਇੰਟ ਹੈ, ਇਹ ਪੁਆਇੰਟ ਬਹੁਤ ਇੰਪੋਰਟੈਂਟ ਹੈ। ਇਹਨੇ ਪ੍ਰੋਡਕਸ਼ਨ ਦੇ ਵਿੱਚ ਇੰਨਾ ਵਾਧਾ ਕਰਤਾ, ਨੋ ਹਾਊ ਦੇ ਵਿੱਚ ਇੰਨਾ ਵਾਧਾ ਕਰਤਾ। ਸੋ ਜਿਹਦੇ ਕਰਕੇ ਜਿੰਨੇ ਲੋਕ ਮਾਈਕਰੋਸਾਫਟ ਹੈ, ਹੈਗੀ ਕੋਈ ਵਰਲਡ ਦੇ ਵਿੱਚ ਜਿਹੜਾ ਮਾਈਕਰੋਸਾਫਟ ਨੂੰ ਮਤਲਬ ਬੀਟ ਕਰ ਸਕੇ। ਫਿਰ ਜਿਹੜੀਆਂ ਮਲਟੀਨੈਸ਼ਨਲ ਜਿੱਦਾਂ ਜੌਨਸਨ ਹੋਈਆਂ ਤੇ ਹੋਰ ਬਾਕੀ ਦੀਆਂ ਕਾਰਪੋਰੇਸ਼ਨਸ ਹੈ। ਸੋ ਇਸ ਕਰਕੇ ਇਹ ਹੋਇਆ, ਪਰ ਦੇ ਮੇਡ ਲੋਟ ਆਫ ਮਿਸਟੇਕਸ ਟੂ। ਇਹਨਾਂ ਨੇ ਇਹ ਕੀਤਾ, ਪਿਛਲੀ ਦਫਾ ਚਾਈਨਾ ਨੂੰ ਗਰਾਊਂਡ ਤਾਂ ਇਹਨਾਂ ਨੇ ਆਪ ਦਿੱਤੀ ਹੈ, ਕਿਉਂਕਿ ਜਿੰਨੀ ਮੈਨੂਫੈਕਚਰਿੰਗ ਸੀ ਉੱਥੋਂ ਸਸਤੀ ਆਉਂਦੀ ਸੀ, ਇਹਨਾਂ ਨੇ ਸਾਰੀ ਉੱਥੇ ਸ਼ਿਫਟ ਕਰ ਦਿੱਤੀ। ਉਹਦੇ ਨਾਲ ਫਿਰ ਟੈਕਨੋਲੋਜੀ ਵੀ ਜਾਣੀ ਸੀ, ਨੋ ਹਾਊ ਵੀ ਜਾਣੀ ਸੀ। ਹੁਣ ਇਹ ਟਰਾਈ ਕਰਦੇ ਟੂ ਬ੍ਰਿੰਗ ਇਟ ਬੈਕ। ਨਹੀਂ, ਇਹ ਜਿਹੜੀਆਂ ਰਾਜਨੀਤਿਕ ਸ਼ਕਤੀਆਂ ਹੁੰਦੀਆਂ ਨੇ, ਜਿੱਦਾਂ ਅਮਰੀਕਾ ਦੀ ਕਹਿ ਲਈਏ ਪ੍ਰੈਜ਼ੀਡੈਂਟ ਹੈ, ਜਾਂ ਜਿਹੜੀਆਂ ਅਮਰੀਕਾ ਦਾ ਸਿਸਟਮ ਜਿਵੇਂ ਚੱਲਦਾ, ਉਹਨਾਂ ਦਾ ਕਾਰਪੋਰੇਟ ਦੇ ਉੱਤੇ ਕੋਈ ਕੰਟਰੋਲ ਹੁੰਦਾ ਕਿ ਉਹ ਆਪਣੀ ਮਰਜ਼ੀ ਨਾਲ ਚੁੱਕ ਕੇ ਸ਼ਿਫਟ ਕਰ ਦਿੰਦੇ ਆ? ਅੱਜ ਜੀ ਨਾ ਕਰੇ ਉਹਨਾਂ ਦਾ ਵੀ ਕੈਨੇਡਾ 'ਚ ਮਹਿੰਗਾ ਹੋ ਗਿਆ ਤੇ ਇੱਥੋਂ ਚੁੱਕੋ ਆਪਣੇ ਯੂਨਿਟ ਤੇ ਲੈ ਜਾਓ ਮੈਕਸੀਕੋ ਤੋਂ ਚੁੱਕੋ ਤੇ ਲੈ ਜਾਓ ਭਾਰਤ ਲੈ ਜਾਓ, ਜਾਂ ਚਾਈਨਾ 'ਚ ਲੈ ਜਾਓ, ਜਾਂ ਜਿੱਥੇ ਵੀ ਕਿਤੇ ਸਸਤੀ ਲਿਵਰ ਮਿਲਦੀ ਲੈ ਜਾਓ। ਕੀ ਜਿਹੜੇ ਕਾਰਪੋਰੇਟ ਨੇ ਉਹਨਾਂ ਦੇ ਉੱਤੇ ਕਿਤੇ ਚੈੱਕ ਹੈਗਾ, ਚੈੱਕ ਐਂਡ ਬੈਲੈਂਸ? ਇਟਸ ਅ ਬਿਗ ਕੁਐਸਚਨ। ਐਕਚੁਅਲੀ ਇਹਨਾਂ ਕੰਟਰੀਆਂ 'ਚ ਤਾਂ ਕਾਰਪੋਰੇਸ਼ਨਸ ਹੀ ਰਨ ਕਰਦੀਆਂ ਸਭ ਕੁਛ। ਜਿਹੜੀਆਂ ਸਰਕਾਰਾਂ ਨੂੰ ਕਹਿਣ ਦਾ ਭਾਵ ਉਲਟਾ ਆ, ਚੈੱਕ ਐਂਡ ਬੈਲੈਂਸ ਕਾਰਪੋਰੇਟ ਦਾ ਸਰਕਾਰਾਂ ਤੇ ਹੈ, ਸਰਕਾਰਾਂ ਦਾ ਨਹੀਂ ਹੈ। ਸਰਕਾਰਾਂ ਨੂੰ ਵੀ ਰਨ ਇੱਕ ਕਾਰਪੋਰੇਟ ਸੈਕਟਰ ਹੀ ਕਰਦਾ। ਕਾਰਪੋਰੇਟ ਸੈਕਟਰ ਹੁਣ ਤੁਸੀਂ ਦੇਖੋ, ਆ ਜਿਹੜੀ ਟਿਮ ਹਾਰਟਨ ਹੈ, ਇਹਨੂੰ 버ਗਰ ਕਿੰਗ ਨੇ ਖਰੀਦ ਲਿਆ। ਹਾਂਜੀ, ਇਹਦਾ ਹੈੱਡਕੁਆਟਰ 버ਗਰ ਕਿੰਗ ਦਾ ਹੈੱਡਕੁਆਟਰ ਅਮਰੀਕਾ ਦੇ ਵਿੱਚ। ਹਾਂਜੀ, ਉਹਨਾਂ ਨੇ ਟੈਕਸ ਬਚਾਉਣ ਖਾਤਰ ਇੱਥੇ ਲੈ ਆਂਦਾ। ਉਹ ਤੋਂ ਬਾਅਦ ਫਿਰ ਲੋਕਾਂ ਨੇ ਵਿਰੋਧ ਕੀਤਾ ਸੀ ਸਰ। ਲੋਕੀ ਜੁੜੇ ਵੀ ਹੈ ਨਾ ਟਿਮ ਹਾਰਟਨ ਨਾਲ, ਕੈਨੇਡੀਅਨ ਸਮਝਦੇ ਵੀ ਸਾਡੀ ਪ੍ਰਾਪਰਟੀ ਹੈ। ਉਹਦੇ ਮੈਨੂੰ ਦੱਸੋ ਸਰਕਾਰਾਂ ਨੇ ਕੀ ਕਰ ਲਿਆ? ਉਦੋਂ ਓਬਾਮਾ ਸੀ, ਓਬਾਮਾ ਨੂੰ ਮਾੜਾ ਜਿਹਾ ਦਬਕਾ ਜਿਹਾ ਮਾਰਿਆ, ਦੈਟਸ ਇਟ। ਅਸੀਂ ਆਹ ਕਰਦੇ ਹਾਂ। ਇੱਦਾਂ ਹੀ ਜਿਹੜਾ ਐਪਲ ਹੈ, ਐਪਲ ਦਾ ਵੀ ਹੈੱਡਕੁਆਟਰ ਇਹਨਾਂ ਨੇ ਬਾਹਰ ਬਣਾਇਆ। ਉਹ ਤਾਂ ਟਰੰਪ ਨੇ ਲਿਆਂਦਾ ਨਾ, ਉਹਨਾਂ ਨੂੰ ਸਬਸਿਡੀਜ਼ ਦੇ ਕੇ, ਦਿਸ ਐਂਡ ਦੈਟ ਕਰਕੇ। ਸੋ ਦੈਟਸ ਆਲ। ਅੱਛਾ, ਹੁਣ ਥੋੜ੍ਹਾ ਜਿਹਾ ਆਪਾਂ ਆਪਣੇ ਮੁਲਕ ਕੈਨੇਡਾ ਵੱਲ ਪਰਤੀਏ। ਤੁਹਾਡੇ ਕੋਲ ਮੈਂ 2-4 ਸਵਾਲ ਇੱਥੋਂ ਦੇ ਪੁੱਛਣਾ ਚਾਹੁੰਦਾ। ਕੈਨੇਡਾ ਬਾਰੇ ਤੁਸੀਂ ਕਿਹਾ ਕਿ ਇੱਥੇ ਕਾਫੀ ਕੂਲ ਹੈ, ਵਰਲਡ ਇੱਧਰ ਨੂੰ ਆਉਣਾ ਚਾਹੁੰਦਾ ਹੈ, ਦੁਨੀਆ ਵੇਖਦੀ ਆ, ਇਮੀਗ੍ਰੈਂਟਸ ਇੱਥੇ ਆਉਣਾ ਚਾਹੁੰਦੇ ਆ। ਕਈ ਚੀਜ਼ਾਂ ਦੇ ਵਿੱਚ ਸਹੀ ਡਿਫਰੈਂਟ ਤਰ੍ਹਾਂ ਦਾ ਬਿਹੇਵੀਅਰ ਵੀ ਆ, ਡਿਫਰੈਂਟ ਤਰ੍ਹਾਂ ਦਾ ਕੰਟਰੀ ਵੀ ਆ, ਸਾਡੀ ਇਕਨੋਮੀ ਵੀ ਅਜੇ ਠੀਕ ਠਾਕ ਆ, ਸਾਡਾ ਪਾਪੂਲੇਸ਼ਨ ਲੈਵਲ ਬਹੁਤ ਥੱਲੇ ਆ, ਸਾਨੂੰ ਹੋਰ ਲੋਕ ਚਾਹੀਦੇ ਆ, ਸਕਿਲਡ ਲੇਬਰ ਚਾਹੀਦੀ ਆ, ਸਾਡੇ ਕੋਲ ਬਹੁਤ ਸਾਰੇ ਸਕੋਪ ਨੇ। ਇਹਦੇ ਬਾਵਜੂਦ ਇੰਨੇ ਕੁ ਲੋਕਾਂ ਨੂੰ ਕੇਟਰ ਕਰਨ ਲਈ ਵੀ ਸਾਡੇ ਜਿਹੜੇ ਸਿਸਟਮ ਹੈ ਉਹ ਕੋਲੈਪਸ ਹੋ ਰਿਹਾ। ਹੈਲਥ ਸਿਸਟਮ ਦੀ ਗੱਲ ਕਰ ਲਓ ਤੁਸੀਂ, ontario ਦੇ ਹੈਲਥ ਸਿਸਟਮ ਦੀ ਗੱਲ ਆ ਰਹੀ ਪਿਛਲੇ ਦਿਨਾਂ ਦੀ। ਉੱਥੇ ਨਾ ਸਟਾਫ ਆ, ਨਰਸ ਜਿਹੜੀਆਂ ਨੇ ਉਹ ਕਹਿੰਦੇ ਹਰ ਚੌਥੀ ਨਰਸ ਛੱਡ ਕੇ ਜਾਣਾ ਚਾਹੁੰਦੀ ਹੈ ਡਿਪਾਰਟਮੈਂਟ। ਉਹ ਕਹਿੰਦੇ ਮੈਨੂੰ ਫਾਇਦਾ ਹੀ ਨਹੀਂ ਇੱਥੇ ਕੰਮ ਕਰਨ ਦਾ। ਡਾਕਟਰਾਂ ਦੀ ਕਮੀ ਆ, ਵੇਟਿੰਗ ਪੀਰੀਅਡ 10-10 12-12 ਘੰਟੇ ਚੱਲੀ ਜਾ ਰਿਹਾ ਵਾ। ਤੇ ਇਹ ਸਾਰਾ ਕੁਝ ਜਿਹੜਾ ਆ ਇਹ ਜੇ ਕਿਉਂ ਆ, ਜੇ ਇੰਨਾ ਕੁਝ ਮਤਲਬ ਸਮੂਥ ਰਨਿੰਗ ਦੇ ਦੌਰਾਨ ਵੀ ਸਾਡਾ ਜੇ ਕ੍ਰਾਈਸਿਸ ਨੇ ਹੈਲਥ ਦੇ, ਐਜੂਕੇਸ਼ਨ ਬਾਰੇ ਵੀ ਗੱਲਾਂ ਆ ਰਹੀਆਂ, ਬਹੁਤ ਸਾਰੀਆਂ ਚੀਜ਼ਾਂ ਤੇ ਹੋ ਰਿਹਾ, ਇਹ ਫਿਰ ਕੀ ਕਾਰਨ ਹੋਏ? ਲੈਟਸ ਡਿਸਕਸ ਅਬਾਊਟ ਹੈਲਥ ਸਿਸਟਮ। ਮੈਂ ਸਮਝਦਾ ਜਿਹੜਾ ਕੈਨੇਡਾ ਦਾ ਹੈਲਥ ਸਿਸਟਮ, ਖਾਸ ਤੌਰ 'ਤੇ ontario ਦਾ ਹੈਲਥ ਸਿਸਟਮ ਇਨ ਕ੍ਰਾਈਸਿਸ ਆ। ਇਹ ਕ੍ਰਾਈਸਿਸ ਕਾਹਤੇ ਆਇਆ, ਮੈਂ ਤੇ ਸਟੱਡੀ ਕੀਤੀ ਹੈ। ਜਿਹੜਾ ਕੈਨੇਡਾ ਦਾ ਹੈਲਥ ਸਿਸਟਮ ਹੈ, ਇਹ 1960 ਵਾਲਾ ਹੀ ਕੰਮ ਤੁਰਿਆ ਆਉਂਦਾ। ਇੱਕ ਟਾਈਮ ਸੀ ਇੱਥੇ ਸੰਡੇ ਨੂੰ ਵੀ ਛੁੱਟੀ ਹੁੰਦੀ ਸੀ, ਸੈਟਰਡੇ ਵੀ ਛੁੱਟੀ ਹੁੰਦੀ ਸੀ। ਉਹ ਤੋਂ ਬਾਅਦ ਜਿਹੜੀਆਂ ਬੈਂਕਾਂ ਸੀ ਉਹ 10 ਤੋਂ 3 ਤੱਕ ਖੁੱਲ੍ਹਦੀਆਂ ਸੀ, ਰਾਈਟ। ਜੇ ਤੁਸੀਂ ਕੰਮ ਕਰਦੇ ਹੋ, ਜੇ ਤੁਸੀਂ ਚੈੱਕ ਕੈਸ਼ ਤੁਹਾਨੂੰ ਚਾਹੀਦਾ, ਤੁਹਾਨੂੰ ਦਿਹਾੜੀ ਕੰਮ ਛੱਡ ਕੇ ਬੈਂਕ 'ਚ ਜਾਣਾ ਪੈਂਦਾ ਸੀ।
ਇਹ 'ਚ ਤਬਦੀਲੀ ਆਈ, ਇਹ 'ਚ ਚੇਂਜ ਹੋਈ। 7 ਦਿਨ ਸਟੋਰ ਖੁੱਲ੍ਹਣ ਲੱਗ ਪਿਆ, ਬੈਂਕਾਂ 7 ਦਿਨ ਖੁੱਲ੍ਹਣ ਲੱਗ ਪਈਆਂ ਐਂਡ ਐਵਰੀਥਿੰਗ। ਪਰ ਜਿਹੜਾ ਹੈਲਥ ਸਿਸਟਮ ਸੀ ਇਹ 'ਚ ਕੋਈ ਇਹਨਾਂ ਨੇ ਤਬਦੀਲੀ ਨਹੀਂ ਕੀਤੀ, ਇਹਨੂੰ ਰੀਸਟਰਕਚਰ ਨਹੀਂ ਕੀਤਾ। ਹੁਣ ਕੈਨ ਯੂ ਇਮੈਜਨ ਕਿ 1/4 ਆਫ ਦੀ ਪਾਪੂਲੇਸ਼ਨ ਜਿਨ੍ਹਾਂ ਕੋਲ ਫੈਮਿਲੀ ਡਾਕਟਰ ਹੈ ਨਹੀਂ, ਉਹਨਾਂ ਦੀ ਜੇ ਕੋਈ ਮਰਜ਼ੀ ਵੀ ਹੁੰਦੀ ਹੈ, ਕੋਈ ਚੀਜ਼ ਹੁੰਦੀ ਹੈ ਤਾਂ ਉਹ ਨੱਠ ਕੇ ਐਮਰਜੈਂਸੀ ਜਾਂਦੇ ਆ ਉਹ ਤੋਂ ਬਾਅਦ ਡਾਕਟਰਾਂ ਦੇ ਉੱਤੇ ਕੋਈ ਮੈਂ ਸਭ ਤੋਂ ਬੈਸਟ ਹੈਲਥ ਸਿਸਟਮ ਹੈਗਾ ਨੀਦਰਲੈਂਡ ਦਾ। 11 ਕੰਟਰੀਆਂ ਦੇ ਵਿੱਚੋਂ ਸਭ ਤੋਂ ਬੈਸਟ ਹੈਗਾ ਨੀਦਰਲੈਂਡ ਦਾ, ਸਭ ਤੋਂ ਵਰਸਟ ਹੈਗਾ ਅਮਰੀਕਾ ਦਾ ਐਂਡ ਕੈਨੇਡਾ ਦਾ 9ਵਾਂ ਪਲੇਸ ਆਉਂਦਾ। ਅੱਛਾ, 9th ਪਲੇਸ ਥੱਲਿਓਂ ਉੱਤੋਂ ਥੱਲੇ ਨਾ ਉੱਪਰੋਂ ਥੱਲਿਓਂ ਦੂਜਾ। ਅੱਛਾ ਅੱਛਾ, ਭੈੜੇ ਪ੍ਰਬੰਧ 'ਚ। ਹਾਂਜੀ। ਐਂਡ ਉਹ ਇਹ ਆ ਕਿ ਇਹਨਾਂ ਨੇ ਤਨਖਾਹਾਂ ਬਹੁਤ ਵਧਾਤੀਆਂ ਡਾਕਟਰਾਂ ਦੀਆਂ, ਸਟਾਫ ਦੀਆਂ, ਦਿਸ ਐਂਡ ਦੈਟ, ਪਰ ਉਹ 'ਚ ਤਬਦੀਲੀ ਕੋਈ ਨਹੀਂ ਕੀਤੀ। ਹੁਣ ਨਰਸਾਂ ਦੇ ਜਿਹੜੀਆਂ ਕੰਮ ਕਰਦੀਆਂ ਉਹ ਸ਼ਿਫਟ ਵਰਕ ਕਰ ਰਹੀਆਂ। ਤੁਸੀਂ ਹਸਪੀਟਲ ਚਾਹੇ ਸਵੇਰੇ ਚਲੇ ਜਾਓ, ਸ਼ਾਮ ਚਲੇ ਜਾਓ, ਤੁਹਾਨੂੰ ਨਰਸ ਮਿਲੂਗੀ। ਡਾਕਟਰ ਕਿਉਂ ਨਹੀਂ ਸ਼ਿਫਟ ਵਰਕ ਕਰ ਸਕਦੇ? ਵਾਟਸ ਰੋਂਗ ਵਿਦ ਦੈਮ? ਨੀਦਰਲੈਂਡ ਵਾਲਿਆਂ ਨੇ ਇਹ ਮਸਲਾ ਹੱਲ ਕਰਤਾ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਫੈਮਿਲੀ ਡਾਕਟਰ ਤੁਹਾਡਾ ਹੈਗਾ, ਫੈਮਿਲੀ ਡਾਕਟਰ ਦੂਸਰੇ ਡਾਕਟਰਾਂ ਦੇ ਨਾਲ ਇਹ ਆਪਸ ਵਿੱਚ ਹੀ ਉਹ ਕਰਨ, ਕੋਈ ਡੇ ਸ਼ਿਫਟ ਕਰਨ, ਕੋਈ ਆਫਟਰਨੂਨ ਕਰਨ, ਕੋਈ ਮਿਡਨਾਈਟ 'ਚ ਕਰਨ। ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਵਾਈ ਦੇ ਸ਼ੁੱਡ ਗੋ ਟੂ ਦੀ ਹਸਪੀਟਲ। ਡਾਕਟਰ ਕਾਹਦੇ ਲਈ? ਇੱਥੇ ਡਾਕਟਰਾਂ ਦੇ ਉੱਤੇ ਕੋਈ ਰੂਲਸ ਐਂਡ ਰੈਗੂਲੇਸ਼ਨ ਨਹੀਂ। ਡਾਕਟਰ ਜੋ ਮਰਜ਼ੀ ਘਰ ਚਲ ਜਾਏ, ਡਾਕਟਰ ਜੋ ਮਰਜ਼ੀ ਤੁਹਾਨੂੰ ਹੁਣ ਅੱਜ ਕੱਲ੍ਹ ਤਾਂ ਇਹਨਾਂ ਨੇ ਫੋਨ ਤੇ ਕਰਨ ਲੱਗ ਪਏ, ਫੋਨ ਤੇ ਲੱਗ ਪਿਆ ਕਰਨ। ਕਾਰਡ ਤੇ ਪੈਸੇ ਕੱਢ ਲੈਂਦੇ ਆ ਤੇ ਤੁਹਾਡਾ ਫੋਨ ਵੀ ਕਈ ਦਫਾ 2 ਦਫਾ ਤੁਹਾਨੂੰ ਵਾਪਸ ਨਹੀਂ ਕਰਦੇ। ਫਿਰ ਹਰ ਡਾਕਟਰ ਨੇ ਲਾਈ ਹੈ, ਟੇਪ ਲਾਈ ਹੈ ਕਿ ਇੰਨੇ ਵਜੇ ਅਸੀਂ ਸਾਡਾ ਦਫ਼ਤਰ ਇੰਨੇ ਤੋਂ ਖੁੱਲ੍ਹਾ, ਜੇ ਉਹ ਤੋਂ ਬਾਅਦ ਤੁਹਾਨੂੰ ਕੋਈ ਲੋੜ ਆ ਤਾਂ ਗੋ ਟੂ ਐਮਰਜੈਂਸੀ। ਹਾਂ, ਇਹੀ ਲੱਗੀ ਹੁੰਦੀ ਹੈ, ਹਰ ਥਾਂ ਲੱਗੀ ਹੈ। ਰਾਈਟ। ਸੋ ਦੈਟ ਇਹਨਾਂ ਨੇ ਰੀਸਟਰਕਚਰ ਕੀਤਾ ਨਹੀਂ। ਇਹਨਾਂ ਨੂੰ ਰੀਸਟਰਕਚਰ ਕਰਨਾ ਚਾਹੀਦਾ ਸੀ। ਇਹਨਾਂ ਨੂੰ ਚਾਹੀਦਾ ਵਰਲਡ ਦੇ ਜਿਹੜੇ ਦੂਸਰੇ ਕੰਟਰੀ ਆ ਉੱਥੇ ਕਿੱਦਾਂ ਦਾ ਹੈਲਥ ਸਿਸਟਮ ਹੋ ਰਿਹਾ, ਉਹਨਾਂ ਨੂੰ ਰੀਸਟੱਡੀ ਕਰਕੇ ਇਹਨਾਂ ਚੇਂਜ ਤਾਂ ਕੋਈ ਕੀਤਾ ਹੀ ਨਹੀਂ। ਉਹ 1960 ਪਰ ਢੀਂਡਸਾ ਸਾਹਿਬ ਇੱਥੇ ਸਵਾਲ ਫਿਰ ਇਹ ਆਉਂਦਾ ਆ ਕਿ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਆ ਉਹਨਾਂ ਦਾ ਪਰਪਸ ਹੁੰਦਾ ਸੁਸਾਇਟੀ ਨੂੰ ਫੈਸਿਲਿਟੇਟ ਕਰਨਾ। ਜਿਹੜੇ ਵਪਾਰਕ ਅਦਾਰੇ ਆ ਉਹ ਆਪਣੀ R&D ਤੇ ਖਰਚ ਕਰਦੇ ਆ, ਉਹ ਆਪਣੀਆਂ ਹੋਰ ਚੀਜ਼ਾਂ ਨਵੀਆਂ ਤੇ ਇਨਵੈਂਸ਼ਨ ਤੇ ਖਰਚ ਕਰਦੇ ਆ, ਨਵੇਂ ਕਰਦੇ ਆ। ਉਹਨਾਂ ਦਾ ਇੰਟਰਸਟ ਹੁੰਦਾ ਮੁਨਾਫਾ ਕਮਾਉਣਾ। ਤੇ ਜਦੋਂ ਮੁਨਾਫਾ ਨਾ ਆਉਂਦਾ ਹੋਵੇ ਤੇ ਤੁਸੀਂ ਕੀ ਸੋਚਦੇ ਹੋ ਕਿ ਉਹਦੇ ਲਈ ਕੋਈ ਰਿਸਰਚ ਕਰੇਗਾ ਨਵੀਂ ਜਾਂ ਨਵੇਂ ਉੱਤੇ ਪ੍ਰੋਗਰਾਮ ਲੈ ਕੇ ਆਊਗਾ? ਨਹੀਂ। ਉਹ ਤੇ ਫਿਰ ਕਹਿੰਦੇ ਆ ਕਿ ਇਹ ਤੇ ਪਬਲਿਕ ਦੇ ਪ੍ਰੋਗਰਾਮ ਚੱਲਣ ਤੋਂ ਜਿੱਦਾਂ ਚੱਲਦੇ। ਜਿਹੜੀਆਂ ਸਰਕਾਰਾਂ ਆ ਨਾ, ਸਰਕਾਰਾਂ ਇਕੱਲੀਆਂ ਪਤਾ ਨਹੀਂ ਵਰਲਡ ਚੇਂਜ ਹੁੰਦਾ ਜਾ ਰਿਹਾ। ਜਿਹੜੀ ਕੈਪੀਟਲਿਸਟ ਵਰਲਡ ਹੈ ਇਹ 'ਚ ਜਿਹੜੀ ਡੈਮੋਕ੍ਰੇਸੀ 'ਚ ਜਿਹੜੇ ਪੋਲੀਟੀਸ਼ੀਅਨਸ ਆ ਇਹਨਾਂ ਨੇ ਲੈਣੀਆਂ ਹੁੰਦੀਆਂ ਵੋਟਾਂ। ਉਹ ਵੋਟਾਂ ਲੈ ਕੇ ਉਹ ਡਿਸੀਜਨ ਹੀ ਉੱਦਾਂ ਦੇ ਕਰਦੇ ਆ ਜਿਹੜੇ ਪਾਪੂਲਰ ਡਿਸੀਜਨ ਹੋਣ, ਪਾਪੂਲਰ ਇਸ਼ੂਜ਼ ਹੋਣ। ਹੁਣ ਕੰਜ਼ਰਵੇਟਿਵ ਪਾਰਟੀ ਦੀ ਇੱਥੇ ਕਨਵੈਨਸ਼ਨ ਹੋ ਰਹੀ ਹੈ ਤੇ ਦੇਖਿਓ ਉਹ ਪੀਰੀ ਪੋਲੀਵਰ ਨੇ ਉਹ ਸਲੋਗਨ ਦੇ ਰਿਹਾ, ਜਿਹੜੇ ਪਾਪੂਲਰ ਸਲੋਗਨ ਹੈ ਜਿਹੜੇ ਲੋਕਾਂ ਨੂੰ ਅਟਰੈਕਟ ਕਰਦੇ ਆ। ਉਹ 'ਚ ਸੋਲਿਊਸ਼ਨ ਉਹਦਾ ਕੋਈ ਨਹੀਂ, ਕਿਉਂਕਿ ਯੂ ਹੈਵ ਟੂ ਟੇਕ ਹਾਰਡ ਸਟੈਂਡ। ਜੇ 'ਚ ਤਬਦੀਲੀ ਲਿਆਉਣੀ ਆ, ਵਿਰੋਧ ਵੀ ਹੋਣਾ, ਸਭ ਕੁਝ ਹੋਣਾ। ਜਿੱਦਣ ਇਹਨਾਂ ਨੇ 7 ਦਿਨ ਕੀਤੇ ਆ, ਮੈਂ ਇੱਥੇ ਸੀ, ਮੇਰੇ ਇੱਥੇ ਆਏ ਤੇ ਇਹਨਾਂ ਨੇ ਇਕਨੋਮੀ ਖੋਲ੍ਹੀ ਹੈ ਸੈਟਰਡੇ ਸੰਡੇ ਵੀ। ਉਦੋਂ ਬੜਾ ਪ੍ਰੋਟੈਸਟ ਹੋਇਆ, ਲੋਕਾਂ ਨੇ ਬੜਾ ਪ੍ਰੋਟੈਸਟ ਕੀਤਾ। ਪਰ ਟਰੂਡੋ ਹੁੰਦਾ ਸੀ ਇਹਦਾ, ਜਸਟਨ ਟਰੂਡੋ ਦਾ ਡੈਡੀ ਏਲੀਅਟ ਪੀਰੀ ਟਰੂਡੋ, ਹੀ ਟੁੱਕ ਅ ਸਟੈਂਡ। ਇੱਦਾਂ ਹੀ ਜਿਹੜੇ ਪੋਲੀਵਰ ਦੀ ਪਾਲਿਸੀ ਲੋਕਾਂ ਨੂੰ ਸਮਝ ਆ ਰਹੀ ਹੈ। ਲੋਕੀ ਕਹਿੰਦੇ ਆ ਟਰੂਡੋ ਦੀ ਜਿਹੜੀ ਪਾਪੂਲੈਰਿਟੀ ਉਹ ਘਟ ਕੇ ਸਾਰੀ ਪੋਲੀਵਰ ਵੱਲ ਜਾ ਰਹੀ ਹੈ। ਹੌਲੀ ਹੌਲੀ ਸੰਭਾਵਨਾਵਾਂ ਬਣ ਰਹੀਆਂ ਕਿ ਅਗਲੀ ਸਰਕਾਰ ਸ਼ਾਇਦ ਉਹ ਬਣਾ ਜਾਣ। ਇਸ ਤਰ੍ਹਾਂ ਦਾ ਹਿਸਾਬ ਰਿਹਾ ਤਾਂ ਟਰੂਡੋ ਦੀ ਬਹੁਤ ਡਾਊਨ ਜਾ ਰਹੀ ਹੈ। ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਕਿ ਲੋਕਾਂ ਲਈ ਕਹਿੰਦੇ ਉਹਨਾਂ ਨੇ, ਤੁਸੀਂ ਕਿਹਾ ਖੁੱਲੇ ਗੱਫੇ ਦਿੱਤੇ, ਕੋਵਿਡ 'ਚ ਪੈਸਾ ਵੀ ਵੰਡਿਆ ਤੇ ਉਹ ਕ੍ਰੈਡਿਟ ਨਹੀਂ ਮਿਲ ਸਕਿਆ ਇਹਨਾਂ ਨੂੰ। ਪਤਾ ਨਹੀਂ ਜੀ ਕੈਨੇਡਾ ਦੀ ਹਿਸਟਰੀ ਆ। ਕੈਨੇਡਾ ਦੀ ਹਿਸਟਰੀ 'ਚ ਇੱਦਾਂ ਲੱਗਦਾ ਲੋਕੀ ਜਦ 10 ਕੁ ਸਾਲ ਹੋ ਜਾਂਦੇ ਨਾ ਪ੍ਰਾਈਮ ਮਿਨਿਸਟਰ ਨੂੰ, ਲੋਕੀ ਉਹ ਤੋਂ ਫੈਡ ਅਪ ਹੋ ਜਾਂਦੇ। ਇੱਦਾਂ ਹੁੰਦਾ ਵੀ ਦੇ ਬਰਨਡ ਫਰੋਮ ਹਿਮ। ਐਂਡ ਪਲੱਸ ਟਰੂਡੋ ਨੇ ਕੀਤਾ ਵੀ ਕੀ ਆ, ਇਟਸ ਅ ਲੇਮ ਡਕ ਪ੍ਰਾਈਮ ਮਿਨਿਸਟਰ। ਇਹਨੇ ਕੋਈ ਦੇਖੋ, ਇਹ ਤੋਂ ਪਹਿਲਾਂ ਕੰਜ਼ਰਵੇਟਿਵ ਪਾਰਟੀ ਦਾ ਸੀ ਮਲੋਨੀ, ਹਾਰਪਰ ਸੀ। ਉਹਨਾਂ ਨੇ ਜਿਹੜੇ ਟਫ ਡਿਸੀਜਨ ਵੀ ਲਏ, ਜਿਹੜਾ ਫਰੀ ਨਾਰਥ ਅਮਰੀਕਾ ਦੇ ਨਾਲ ਐਗਰੀਮੈਂਟ ਕਰਨਾ, ਉਹ ਤੋਂ ਬਾਅਦ ਇਹ ਮਲੋਨੀ ਨੇ ਕੀਤਾ। ਉਹ ਤੋਂ ਬਾਅਦ ਫਿਰ ਕਿੰਨੇ ਵੀ ਅਸੀਂ ਹਾਰਪਰ ਦਾ ਟਾਈਮ ਦੇਖਿਆ, ਮਲੋਨੀ ਰਾਣਾ ਤਾਂ ਨਹੀਂ ਦੇਖਿਆ, ਪਰ ਹਾਰਪਰ ਦੇ ਟਾਈਮ ਦੇ ਵਿੱਚ ਵੀ ਕਿਹਾ ਜਾਂਦਾ ਸੀ ਕਿ ਇਕਨੋਮੀ ਨੂੰ ਉਹਨਾਂ ਬੜੀ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਸੀ। ਦੇਖੋ ਇਕਨੋਮੀ ਦਾ ਇੱਕ ਤਾਂ ਜਿਹੜਾ ਟਰੂਡੋ ਨੇ ਆਉਂਦੇ ਨਹੀਂ ਕੀਤਾ ਉਹ ਕੰਮ ਕੀਤਾ, ਜਿਹੜਾ ਜਦੋਂ ਆਪਾਂ ਓਪੋਜੀਸ਼ਨ 'ਚ ਹੋਈਦਾ ਨਾ
ਨਾਰੇ ਦੇਈ ਜਾਓ, ਡਿਮਾਂਡ ਕਰੀ ਜਾਓ, ਜੋ ਮਰਜ਼ੀ ਕਰੀ ਜਾਓ। ਉਹ ਇਹ ਪਾਪੂਲਰ ਸਲੋਗਨ ਦੇ ਕੇ ਤਾਕਤ ਵਿੱਚ ਆ ਗਿਆ। ਉਹ ਤੋਂ ਬਾਅਦ ਫਿਰ ਇਹਨੇ ਡੈਫਿਸਿਟ ਨੂੰ ਕੰਟਰੋਲ ਨਹੀਂ ਕੀਤਾ। ਹਾਰਪਰ ਨੇ ਡੈਫਿਸਿਟ ਨੂੰ ਕੰਟਰੋਲ ਕੀਤਾ, ਕਿਉਂਕਿ ਕੱਲ੍ਹ ਨੂੰ ਤੁਹਾਡੇ ਸਾਡੇ ਜਿਹੜੇ ਨਿਆਣੇ ਆ, ਅੱਜ ਜੋ ਕੁਛ ਆ ਟਰੂਡੋ ਨੇ ਕੀਤਾ, ਇਹ ਉਹਦੀ ਪਾਲਿਸੀਆਂ ਦਾ ਰਿਜ਼ਲਟ ਹੈ। ਘਰਾਂ ਦੀਆਂ ਕੀਮਤਾਂ ਕਿੱਥੇ ਦੀ ਕਿੱਥੇ ਚਲੇ ਗਈਆਂ। ਬੇਸ਼ੱਕ ਘਰਾਂ ਦੀ ਕੀਮਤਾਂ ਵਿੱਚ ਹੁਣ ਥੋੜ੍ਹੀ ਖੜੋਤ ਆਈ ਆ, ਨੈਗੇਟਿਵ ਹੋਈ ਆ, ਪਰ ਹਾਲੇ ਵੀ ਤੁਹਾਡੇ ਸਾਡੇ ਬੱਚੇ ਘਰ ਲੈ ਸਕਣਗੇ, ਉਹਨਾਂ ਦੀ ਪਹੁੰਚ ਤੋਂ ਬਾਹਰ ਨਹੀਂ। ਉਹ ਇਸੇ ਕਰਕੇ, ਇਹਦੀ ਲਿਬਰਲ ਪਾਰਟੀ ਦੀਆਂ ਪਾਲਿਸੀਆਂ ਕਰਕੇ। ਮੈਂ ਬਿਲਕੁਲ ਇਹਦੇ ਨਾਲ ਐਗਰੀ ਨਹੀਂ। ਅੱਜ ਜਿਹੜਾ ਇੱਥੇ ਕੈਨੇਡਾ ਸਿਰ ਡੈਫਿਸਿਟ ਹੈ, ਪਹਿਲਾਂ ਡੈਟ ਹੈ, ਡੈਟ ਓਵਰ 1.3 ਟ੍ਰਿਲੀਅਨ ਡੈਟ ਹੈ। ਉਹ ਤੋਂ ਬਾਅਦ ਜਿਹੜਾ ਡੈਫਿਸਿਟ ਹੈ, ਡੈਫਿਸਿਟ ਵੀ ਕਿੰਨਾ ਹੈ? ਡੈਫਿਸਿਟ ਇਸ ਵੇਲੇ ਮੇਰੇ ਖਿਆਲ $45 ਬਿਲੀਅਨ ਤੋਂ ਵੀ ਉੱਪਰ ਹੈ, ਰਾਈਟ। ਹੂ ਕੈਨ ਪੇ? ਇਹ ਵਧੀਆ ਲੱਗਦਾ ਜਦ ਸਾਨੂੰ ਮੇਲ 'ਚ ਚੈੱਕ ਆਉਂਦਾ, ਪਰ ਸੂਨਰ ਔਰ ਲੇਟਰ ਯੂ ਗੋਨਾ ਪੇ। ਇਧਰ ਇਹ ਕਿਹੜੀ ਕੋਈ ਮੈਜਿਕ ਹੈ? ਇਧਰ ਯੂ ਹੈਵ ਟੂ ਕੱਟ ਡਾਊਨ ਦੀ ਸਰਵਿਸਿਜ਼ ਔਰ ਯੂ ਹੈਵ ਟੂ ਇੰਪੋਜ਼ ਮੋਰ ਟੈਕਸਿਸ, ਐਂਡ ਦੈਟਸ ਦੀ ਰਿਜ਼ਲਟ। ਅੱਛਾ, ਹੁਣ ਆਪਾਂ ਲਾਸਟ ਇੱਕ ਸਵਾਲ ਕਰਨਾ, ਬਰੀਫ 'ਚ ਹੀ ਰੱਖਿਓ, ਸਮਾਂ ਆਪਣਾ ਹੋ ਗਿਆ ਜਿੰਨਾ ਕੁ ਆਪਾਂ ਸੋਚਦੇ ਹਾਂ, ਉਸ ਤੋਂ ਵੱਧ ਹੀ ਹੋ ਗਿਆ ਮਾਸਾ। ਇਸ ਸਾਰੇ ਸਿਸਟਮ ਦੇ ਵਿੱਚ ਸਾਡਾ ਸ਼ਹਿਰ ਬਰੈਂਪਟਨ ਆਪਣੇ ਮਸਲਿਆਂ 'ਚ ਉਲਝਿਆ। ਕੌਂਸਲਰ ਜਿਹੜੀ ਆ ਉਹ ਪਾਰਟੀ ਪਈ, ਆਪਸ ਲੜੀ ਜਾਂਦੇ, 5 ਇੱਕ ਪਾਸੇ 6 ਪਾਸੇ। ਮੈਂ ਤਾਂ ਵੈਸੇ ਪੈਨਲ ਚੂਜਨ ਦੇ ਵੇਲੇ ਤੋਂ ਵੇਖਦਾ ਆ, ਇਹੋ ਚੱਲੀ ਆਉਂਦਾ ਆ। ਲਿੰਡਾ ਜਾਫਰੀ ਆਈ, ਉਹ ਵੀ 2 ਟਰਮਾਂ ਕੱਢ ਗਈ, ਕੁਛ ਨਹੀਂ ਹੋਇਆ। ਤੇ ਹੁਣ ਵਾਲੇ ਮੇਅਰ ਸਾਹਿਬ ਸਾਰੇ ਪਾਸੋਂ ਰੱਦ ਕੀਤੇ ਸੀ, ਤੇ ਇੱਥੇ ਆ ਕੇ ਬਰੈਂਪਟਨ ਵਾਲਿਆਂ ਨੂੰ ਚੱਕ ਤੇ ਫੱਟੇ। ਤੇ ਹੁਣ ਉਹ ਫਿਰ ਰੇਸ ਵਿੱਚ ਸੀਗੇ ਆਪਣੀ ਫੈਡਰਲ ਲੀਡਰ ਦੀ। ਉਹਨਾਂ ਨੇ ਫਿਰ ਉਹਨਾਂ ਨੂੰ ਕਿਹਾ ਵੀ ਨਹੀਂ ਭਾਜੀ ਤੁਸੀਂ ਘਰੇ ਜਾਓ, ਤੁਹਾਡੀ ਗੱਲ ਨਹੀਂ। ਪਰ ਇੱਥੇ ਹੁਣ ਫਿਰ ਉਹ ਇਲੈਕਸ਼ਨ ਲੜ ਰਹੇ ਆ। ਪਿਛਲੇ ਦਿਨੀ ਆਪਣੇ ਰੂਬੀ ਦਾ ਨਾਂ ਆ ਰਿਹਾ ਸੀ ਕਿ ਸ਼ਾਇਦ ਮੇਅਰ ਲਈ ਚੋਣ ਲੜਨਗੇ, ਪਰ ਉਹ ਵੀ ਬੈਕਆਊਟ ਕਰ ਗਏ। ਉਹ ਕਹਿੰਦੇ ਨਹੀਂ, ਮੈਂ ਜੇ ਫਿਲਹਾਲ ਇੱਧਰ ਨਹੀਂ ਜਾ ਰਹੀ, ਜਿਹੜੀ ਆਪਣੀ ਸਿਟੀ ਦੀ ਪੋਲੀਟਿਕਸ ਹੈ ਜਾਂ ਜਿਹੜੀ ਲੋਕਲ ਬਾਡੀ ਪੋਲੀਟਿਕਸ, ਉਹ 'ਚ ਨਹੀਂ ਜਾਣਾ ਚਾਹੁੰਦੀ। ਤੇ ਦੂਜੇ ਪਾਸੇ ਆਪਣੀ ਕਮਿਊਨਿਟੀ ਦੇ ਕਾਫੀ ਲੋਕ ਇਹਦੇ ਵਿੱਚ ਇੰਟਰਸਟ ਲੈ ਰਹੇ ਆ। ਲੋਕਾਂ ਨੂੰ ਕਿਤੇ ਲੱਗਦਾ ਆ, ਹੁੰਦਾ ਤੇ 8-9 ਵਾਰਡ ਵਾਲੇ ਹੀ ਹਮੇਸ਼ਾ ਜਿੱਦੇ ਆਪਣੇ ਬੰਦੇ, ਬਾਕੀ ਥਾਂ ਤੇ ਕਦੀ ਬਹੁਤਾ ਪ੍ਰਭਾਵ ਪਿਆ ਨਹੀਂ। ਹਾਲਾਂਕਿ ਐਮਪੀ ਤੇ ਐਮਪੀਪੀ ਦੀਆਂ ਸੀਟਾਂ ਜ਼ਰੂਰ ਵਿਨ ਕਰ ਜਾਂਦੇ ਆ। ਕਾਰਪੋਰੇਸ਼ਨ 'ਚ ਕਦੀ ਗੱਲ ਬਣੀ ਨਹੀਂ। ਤੇ 3-4 ਕੈਂਡੀਡੇਟ ਆਪਣੇ ਵੀ ਖੜੇ ਹੁੰਦੇ ਲਿਖਦੇ ਆ, ਵੈਸੇ ਖੜੇ ਤਾਂ ਹਰ ਵਾਰੀ ਹੁੰਦੇ ਆ। ਪਿਛਲੀ ਵਾਰੀ ਮੈਨੂੰ ਯਾਦ ਹੈ ਉਹ ਸੁਖਵਿੰਦਰ ਗਿੱਲ ਸੀ ਖੜੇ, ਹੋਰ ਖੜੇ ਸੀਗੇ। ਹਾਂਜੀ। ਤੇ ਹੁਣ ਕਹਿ ਰਹੇ ਆ ਬੌਬ ਦਸਾਂਝ ਖੜੇ ਆ, ਸੰਘਾ ਸਾਹਿਬ ਦਾ ਤੁਸੀਂ ਦੱਸ ਰਹੇ ਹੋ ਖੜੇ ਆ। ਤੇ ਅਜੇ ਪਤਾ ਨਹੀਂ ਦਿਨ ਨੇੜੇ ਆਉਣਗੇ ਤੇ ਕੁਝ ਹੋਰ ਵੀ ਨਾ ਆ ਜਾਣਗੇ। ਮੇਰੇ ਖਿਆਲ 19 ਅਗਸਤ ਨੂੰ ਆ ਸ਼ਾਇਦ ਜਿਹੜੀ ਲਾਸਟ ਇਹਨਾਂ ਦੀ ਜਿਹੜੀ ਐਪਲੀਕੇਸ਼ਨ ਅਜੇ ਸ਼ੁਰੂਆਤ ਆ, ਅਜੇ ਕਾਫੀ ਦਿਨ ਹੈਗੇ ਆ ਹਾਲੇ। ਇਟਸ ਵੈਰੀ ਇੰਟਰਸਟਿੰਗ, ਇਟਸ ਵੈਰੀ ਇੰਟਰਸਟਿੰਗ। ਮੈਂ ਕਿਹਾ ਤੁਸੀਂ ਸੋਚ ਸਕਦੇ ਹੋ। ਦੇਖੋ ਜਿਹੜੀ ਬਰੈਂਪਟਨ ਦੀ ਪਾਪੂਲੇਸ਼ਨ ਹੈ, ਬਰੈਂਪਟਨ ਦੀ ਪਾਪੂਲੇਸ਼ਨ 'ਚ 66% ਮਿਨੋਰਟੀ ਹੈ, ਜਿਹ 'ਚ ਤੁਸੀਂ ਅਸੀਂ ਆਉਂਦੇ ਹਾਂ ਸਾਰੇ, ਰਾਈਟ। ਕੀ ਜਿਹੜੀ ਬਰੈਂਪਟਨ ਦੀ ਕੌਂਸਲ ਹੈ 66% ਉਹ ਰਿਫਲੈਕਟ ਕਰਦੀ ਹੈ? ਨਹੀਂ ਕਰਦੀ। ਕੌਂਸਲ ਵੀ ਨਹੀਂ ਕਰਦੀ, ਸਿਟੀ ਦੀਆਂ ਜੌਬ ਵੀ ਨਹੀਂ ਕਰਦੀਆਂ, ਜੌਬਸ ਵੀ ਨਹੀਂ ਕਰਦੀਆਂ। ਤੇ ਜੌਬ ਜਿਹੜੀਆਂ ਗੁੱਡ ਪੇਇੰਗ ਜੌਬਸ ਆ, ਕੀ ਉਹ 66% ਦੇ ਮੁਤਾਬਕ ਮਿਨੋਰਟੀਜ਼ ਉਹਨਾਂ ਵਿੱਚ ਹੈਗੀਆਂ? ਨਹੀਂ ਹੈ। ਬਿਲਕੁਲ, ਇਹ ਸਵਾਲ ਹੈ, ਬਹੁਤ ਵੱਡਾ ਸਵਾਲ ਹੈ, ਹਰ ਵਾਰੀ ਆਉਂਦਾ ਹੈ। ਯੈਸ, ਇਹ ਆਉਂਦਾ। ਬਾਕੀ ਰਿਹਾ ਅਸੀਂ ਇੰਡੀਆ ਤੋਂ ਆਏ ਹਾਂ, ਆਪਣਾ ਕਲਚਰ ਨਾਲ ਲੈ ਕੇ ਆਏ ਹਾਂ, ਸਭ ਕੁਝ ਕਰਦੇ ਸਾਡੇ। ਅਸੀਂ ਤਾਂ ਮੈਨੂੰ ਲੱਗਦਾ ਪ੍ਰੋਫੈਸ਼ਨਲ ਹਾਂ। ਚਾਹੇ ਜਿਹੜਾ ਟੈਕਸੀ ਡਰਾਈਵਰ ਉਹ ਕਹਿੰਦਾ ਮੈਂ MP ਬਣ ਜਾਵਾਂ, ਮੈਂ ਮੇਅਰ ਬਣ ਜਾਵਾਂ। ਜਿਹੜਾ ਕੋਈ ਫੈਕਟਰੀ ਵਰਕਰ ਹੈ ਉਹ ਵੀ ਕਹਿੰਦਾ ਮੈਂ ਬਣ ਜਾਵਾਂ। ਜਿਹੜੇ ਸੋਸ਼ਲ ਜਿੰਨੇ ਇੰਸ਼ੋਰੈਂਸ ਕਰਦੇ ਆ, ਰੀਅਲ ਸਟੇਟ ਵਾਲੇ ਆ, ਉਹ ਸਾਰੇ ਜੀ। ਇਹ ਮੇਬੀ ਇਟਸ ਗੁੱਡ ਔਰ ਬੈਡ, ਬਟ ਡੈਮੋਕ੍ਰੇਸੀ ਹੈ, ਐਵਰੀਬੋਡੀ ਹੈਵ ਰਾਈਟ। ਇਟਸ ਇੰਟਰਸਟਿੰਗ। ਖਾਸ ਤੌਰ 'ਤੇ ਜਿਹੜੇ ਸ਼ਹਿਰ 'ਚ ਆਪਾਂ ਰਹਿ ਰਹੇ ਹਾਂ, ਇੱਥੇ ਕਾਉਂਸਲਿੰਗ ਨਹੀਂ ਵਰਕ ਕਰ ਰਹੀ, ਉਹਨਾਂ 'ਚ ਆਪਸ ਵਿੱਚ ਹੀ ਬੜਾ ਪੁਆੜਾ ਪਿਆ ਹੈ। ਹਾਂਜੀ। ਔਰ ਹੈਰਾਨੀ ਦੀ ਗੱਲ ਹੈ ਕਿ 2 ਸਾਡੇ ਕਾਉਂਸਲਰ ਨੇ, ਦੋਨੇ ਇੱਕ ਖੇਮੇ ਨਾਲ, ਦੂਜਾ ਦੂਜੇ ਖੇਮੇ, ਇੱਕ ਪਾਸੇ, ਇੱਕ ਦੂਜੇ ਪਾਸੇ। ਹੈਰਾਨੀ ਵਾਲੀ ਗੱਲ ਪਹਿਲਾਂ ਤਾਂ ਮੈਂ ਆਪਾਂ ਤਾਂ ਇਹ ਸੋਚ ਕੇ ਵੋਟ ਪਾਉਂਦੇ ਹਾਂ ਕਿ ਸਾਡੇ ਲੋਕ ਸਾਡੀ ਗੱਲ ਕਰਨਗੇ, ਮਿਨੋਰਟੀ ਵਾਲੇ ਮਿਨੋਰਟੀ ਦੇ ਨਾਲ ਚੱਲਣਗੇ, ਤੇ ਉੱਥੇ ਤਾਂ ਕੁਝ ਹੋਰ ਹੀ ਹੋ ਜਾਂਦਾ। ਪਹਿਲਾਂ ਤਾਂ ਮੈਂ ਇਸ ਗੱਲ ਦੇ ਨਾਲ ਬਿਲਕੁਲ ਐਗਰੀ ਨਹੀਂ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਜੀ ਸਾਡਾ ਬੰਦਾ, ਸਾਡੇ ਬੰਦੇ, ਕੀ ਉਹ ਸਾਨੂੰ ਰਿਪਰੈਜ਼ੈਂਟ ਕਰਦੇ ਆ ਕਿ ਜਾਂ ਉਹ ਰਾਈਡਿੰਗ ਨੂੰ ਰਿਪਰੈਜ਼ੈਂਟ ਕਰਦੇ ਆ? ਐਂਡ ਜੇ ਸਾਡੇ ਨਾਲ ਜੇ ਕੋਈ ਹੋਰ ਕਰੇ ਤਾਂ ਅਸੀਂ ਉਹਨੂੰ ਡਿਨਾਊਂਸ ਕਰਦੇ ਹਾਂ। ਪਰ ਜਦ ਸਾਡੀ ਵਾਰੀ ਆਉਂਦੀ ਹੈ, ਜਿਹੜਾ ਕੋਈ ਆਪਣਾ ਬਣ ਜਾਂਦਾ, ਮੈਂ ਇਹ ਸਮਝਦਾ ਉਹ ਸਾਡੇ ਲਈ ਨਹੀਂ ਬਣਦਾ। ਇੱਕ ਤਾਂ ਉਹ ਰਿਪਰੈਜ਼ੈਂਟ ਉਹਨਾਂ ਨੂੰ ਕਰਦਾ, ਦੂਜਾ ਉਹ ਆਪਣੇ ਲਈ ਬਣ ਰਿਹਾ, ਆਪਣੀ ਜੌਬ, ਆਪਣੀਆਂ ਜੌਬਾਂ ਤੇ ਆਪਣੀ ਪੈਨਸ਼ਨ। ਜਿਹੜੇ ਹੁਣ ਕਾਉਂਸਲਰ ਬਣੇ ਆ ਦੋਨੇ ਹੀ, ਕੀ ਇਹਨਾਂ ਨੇ ਕੀਤਾ ਤੁਹਾਡੀ ਕਮਿਊਨਿਟੀ ਲਈ? ਜਿਹੜਾ ਇਹ ਵੈਸੇ ਲੋਕ ਸੋਚਦੇ ਆ ਕਿ ਸਾਹਿਬ ਇਹ ਵੀ ਕੰਟਰੋਵਰਸ਼ੀਅਲ ਸਵਾਲ ਹੈ ਕਿ ਅਸੀਂ ਕਿਉਂ ਕਹਿੰਦੇ ਕਿ ਸਾਡਾ ਜਾਂ ਤੁਹਾਡਾ। ਮੈਂ ਪਿਛਲੇ ਦਿਨ ਕਾਲੋ ਸਾਹਿਬ ਨਾਲ ਵੀ ਗੱਲ ਕਰ ਰਿਹਾ ਸੀ ਇੱਕ ਪ੍ਰੋਗਰਾਮ ਦੇ ਵਿੱਚ। ਅਸਲ 'ਚ ਲੋਕਾਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਜੇ ਸਾਡੇ ਵਰਗਾ ਬੰਦਾ
ਜੇ ਮਤਲਬ ਸਾਡੀ ਭਾਸ਼ਾ ਸਮਝਣ ਵਾਲਾ, ਸਾਡੇ ਸੱਭਿਆਚਾਰ ਨੂੰ ਸਮਝਣ ਵਾਲਾ ਬੰਦਾ ਜਾਏਗਾ ਤੇ ਉਹ ਸਾਡੀਆਂ ਮੁਸ਼ਕਲਾਂ ਨੂੰ ਨੇੜਿਓਂ ਹੋ ਕੇ ਵੇਖ ਸਕਦਾ ਤੇ ਉਹਨੂੰ ਹੱਲ ਕਰ ਸਕਦਾ। ਪਰ ਹੁੰਦਾ ਇਹਦਾ ਉਲਟਿਆ, ਉੱਥੇ ਜਦੋਂ ਪਹੁੰਚਦੇ ਆ ਜਿੰਨੇ MP ਆ ਉਹ ਤੁਹਾਡੀ ਕਮੇਟੀ ਚੋਂ, ਜਿੰਨੇ ਐਤਕੀ ਕੰਜ਼ਰਵੇਟਿਵ ਪਾਰਟੀ ਦੇ ਇੱਥੋਂ MPP ਆ ਉਹ ਤੁਹਾਡੀ ਕਮੇਟੀ ਚੋਂ। ਮੈਨੂੰ ਦੱਸੋ ਤੁਹਾਡੀ ਕਮੇਟੀ ਲਈ ਕੀ ਕੀਤਾ ਉਹਨਾਂ ਨੇ, ਰਾਈਟ? ਤੇ ਕੌਂਸਲਰ ਕੀ ਕਰ ਲਓ? ਸੋ ਇਸ ਲਈ ਜਦੋਂ ਤੁਹਾਡੇ ਕੋਲ ਆਉਂਦੇ ਆ, ਅੱਜ ਸਭ ਤੋਂ ਬਿਗੇਸਟ ਇਸ਼ੂ ਇਸ ਵੇਲੇ ਹੈਲਥ ਦਾ ਹੈ। ਹੈਲਥ ਦਾ ਜੇ ਕੱਲ੍ਹ ਨੂੰ ਤੁਹਾਨੂੰ ਲੋੜ ਪੈ ਜਾਏ ਡਾਕਟਰ ਦੇ ਜਾਣ ਲਈ, ਡਾਕਟਰ ਤਾਂ 3 ਵਜੇ ਬੰਦ ਕਰਕੇ ਚਲੇ ਜਾਂਦਾ ਘਰ, ਤੁਹਾਡਾ ਫੈਮਿਲੀ ਡਾਕਟਰ। ਉਹ ਤੋਂ ਬਾਅਦ ਤੁਸੀਂ ਫਿਰ ਕਿ ਹਸਪਤਾਲਾਂ 'ਚ ਜਾਓ। ਹਸਪਤਾਲਾਂ 'ਚ ਇਸ ਵੇਲੇ 20.1 ਘੰਟੇ ਲੱਗਦੇ ਆ ਤੁਹਾਨੂੰ ਐਡਮਿਟ ਉੱਥੇ ਬੈਠਣ ਲਈ, ਵੇਟ ਲਈ, ਰਾਈਟ? ਐਂਡ 2.5 ਘੰਟੇ ਲੱਗਦੇ ਆ ਡਾਕਟਰ ਆਉਣ ਲਈ, ਜਦ ਤੁਸੀਂ ਉੱਥੇ ਹਾਈ ਕਰਕੇ ਬੈਠੇ ਰਹੋ ਚੇਅਰ ਦੇ ਉੱਤੇ ਜਾ ਕੇ। ਸਰ ਤੁਹਾਨੂੰ ਪਤਾ ਜਦੋਂ ਅਸੀਂ ਆਏ ਸੀ ਨਵੇਂ ਉਦੋਂ ਡਾਕਟਰ ਦੇ ਉੱਤੇ ਵੀ ਕੈਪ ਹੁੰਦੀ ਸੀ ਕਿ ਤੁਸੀਂ 2.5 ਲੱਖ ਤੋਂ ਮਤਲਬ ਇਨਕਮ ਤੋਂ ਵੱਧ ਦੇ ਸੋਰਸ ਵਾਲੇ ਤੁਸੀਂ ਨਹੀਂ ਲਿਖਦੇ। ਸਾਰੇ ਥਾਂ ਲਿਖਿਆ ਹੁੰਦਾ ਸੀਗਾ ਕਿ ਤੁਸੀਂ ਫੈਮਿਲੀ ਡਾਕਟਰ ਨਹੀਂ, ਨਵਾਂ ਤਾਂ ਲੱਭਦਾ ਨਹੀਂ ਸੀ ਫੈਮਿਲੀ ਡਾਕਟਰ। ਮੁੜ ਕੇ ਨਾ ਓਪਨ ਕਰਤਾ। ਹੁਣ ਤਾਂ ਸਿਰਫ ਇੱਕੋ ਕੰਮ ਚੱਲਦਾ ਪਿਆ, ਹੈਲਥ ਕਾਰਡ ਦਿਓ ਤੇ ਜਾਓ, ਗੱਲ ਕੁਝ ਵੀ ਨਹੀਂ। ਸੈਕਿੰਡ ਇੱਕ ਲੱਗਦਾ ਕੋਵਿਡ ਨੇ ਤਾਂ ਇਹਨਾਂ ਦਾ ਕੰਮ ਹੋਰ ਵੀ ਸੌਖਾ। ਅੱਛਾ, ਕੋਈ ਕੰਡੀਸ਼ਨ ਨਹੀਂ ਵੀ ਇੱਕ ਡਾਕਟਰ ਇੱਕ ਦਿਨ 'ਚ ਕੋਈ ਨੋਰਮਲ ਤਾਂ ਹੋਣਗੇ ਹੀ ਨਾ ਜੀ ਕਿ ਕਿੰਨੇ ਪੇਸ਼ੈਂਟ ਨੂੰ ਅਟੈਂਡ ਕਰ ਸਕਦਾ। ਉਹ ਚਾਹੇ ਤਾਂ ਭਾਵੇਂ 200 ਨੂੰ ਕਰ ਲੇ। ਯੈਸ, ਕਾਰਡ ਉਨੀਅਰ ਕਾ ਸੀ ਜਾਣਾ, ਉਹਦੇ ਪੈਸੇ ਖਰੇ। ਹਾਂ, ਉਹ ਤੇ ਕੋਈ ਇਹ ਥੀਸ ਆਰ ਦੀ ਇਸ਼ੂਜ਼ ਜਿਹੜੇ ਜਦ ਤੁਹਾਡੇ ਕੋਲ ਜਦ ਇਲੈਕਸ਼ਨ ਆਉਂਦੀ ਹੈ, ਜਿਹੜੇ MPs ਆ ਜਾਂ MPPs ਆ ਜਾਂ ਜਿਹੜੇ ਕਾਉਂਸਲਰ ਆ, ਇਹਨਾਂ ਨੂੰ ਇਹ ਕੁਐਸਚਨ ਕਰਨਾ ਚਾਹੀਦੀ ਹੈ। ਐਂਡ ਕਿੰਨੀ ਇੱਥੇ ਇਸ ਵੇਲੇ ਮੈਨੂੰ ਤਾਂ ਨਹੀਂ ਜੀ ਸਿਸਟਮ ਸਮਝ ਆਇਆ। ਜਦੋਂ ਕੋਈ ਕੁਐਸਚਨ ਕਰਦਾ, ਜੇ ਸਟੇਟ ਦੀ ਪ੍ਰੋਵਿੰਸ ਦੀ ਇਲੈਕਸ਼ਨ ਹੁੰਦੀ ਕਹਿੰਦੇ ਜੀ ਇਹ ਤੇ ਫੈਡਰਲ ਮਾਮਲਾ, ਫੈਡਰਲ ਵਾਲੇ ਆਉਂਦੇ ਤਾਂ ਕਹਿੰਦੇ ਜੀ ਇਹ ਤੇ ਸਿਟੀ ਦਾ ਮਾਮਲਾ। ਇੰਨਾ ਕਨਫਿਊਜ਼ ਕੀਤਾ ਹੈ ਲੋਕਾਂ ਨੂੰ ਇਹ ਨਹੀਂ ਪਤਾ ਵੀ ਕਿਹਦਾ ਮਾਮਲਾ ਕਿਹਦੇ ਕੋਲ ਜਾਣਾ। ਹਾਲਾਤ ਇੱਦਾਂ ਦੇ ਆ। ਚਲੋ ਬਹੁਤ ਵਧੀਆ ਢੀਂਡਸਾ ਸਾਹਿਬ, ਬਹੁਤ ਸਾਰੀਆਂ ਗੱਲਾਂ ਆਪਾਂ ਕੀਤੀਆਂ, ਬਹੁਤ ਚੰਗਾ ਲੱਗਿਆ। ਤੁਸੀਂ ਕਾਫੀ ਸਾਰਾ ਖੁੱਲ੍ਹ ਕੇ ਸਾਰੇ ਗੱਲਾਂ ਬਾਤਾਂ ਸਾਨੂੰ ਦੱਸੀਆਂ ਨੇ, ਦੱਸਿਆ ਕਿ ਜਿਹੜਾ ਐਜ ਏ ਸਿਟੀਜ਼ਨ ਅਸੀਂ ਕੀ ਕਰੀਏ। ਸਾਡੀ ਡਿਊਟੀ ਹੈ ਜਦੋਂ ਸਾਡੇ ਕੋਲ ਆਉਣਗੇ ਜ਼ਰੂਰ ਉਹਨਾਂ ਨੂੰ ਪੁੱਛਣਾ ਚਾਹੀਦਾ, ਭਾਈ ਸਾਡੇ ਸਿਟੀ ਦੀ ਹਾਲਤ ਆ, ਸਾਡੇ ਹੈਲਥ ਸਿਸਟਮ ਦੀ ਹਾਲਤ ਆ, ਸਾਡੇ ਸਕੂਲਾਂ ਦੀ ਹਾਲਤ ਆ, ਤੁਸੀਂ ਉਹਦੇ ਲਈ ਕੀ ਕਰ ਰਹੇ ਹੋ। ਜਿਹੜਾ ਕੰਮ ਜਿਹਦੇ ਜ਼ਿੰਮੇ ਆ ਉਹਨਾਂ ਦੀ ਜਵਾਬਦੇਹੀ ਹੋਣੀ ਬਹੁਤ ਜ਼ਰੂਰੀ ਹੈ। ਤੁਸੀਂ ਤਾਂ ਹੁਣ ਮੀਡੀਆ 'ਚ ਹੋ, ਕਦੀ ਤੁਹਾਡੇ ਤੋਂ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਜਿਹੜਾ ਕੋਈ ਹਸਪਤਾਲ ਗਿਆ ਹੋਵੇ ਐਮਰਜੈਂਸੀ 'ਚ, ਉਹਨੂੰ ਪੁੱਛਿਓ ਕਿ ਉਹਨੂੰ ਵੇਟਿੰਗ ਕਿੰਨਾ ਚਿਰ ਵੇਟ ਕਰਨਾ ਪਿਆ। ਬਿਲਕੁਲ, ਦੈਨ ਯੂ ਵਿਲ ਨੋ ਇਟ। ਐਂਡ ਪਾਪੂਲੇਸ਼ਨ ਇਜ਼ ਗੈਟਿੰਗ ਓਲਡਰ। ਹੁਣ ਜਿੱਦਾਂ ਮੈਂ ਸਾਰੀ ਉਮਰ, ਮੈਂ 19 ਸਾਲ ਦਾ ਜਦੋਂ ਇੱਥੇ ਆਇਆ ਔਰ ਸਾਰੀ ਉਮਰ ਕੰਮ ਕੀਤਾ। ਹੁਣ ਕੰਮ ਕਰਕੇ ਇਸ ਵੇਲੇ ਅੱਜ ਵੀ ਮੈਂ 53% ਟੈਕਸ ਦੇ ਰਿਹਾ, ਤੇ ਮੈਂ ਇੰਨਾ ਤਾਂ ਡਿਜ਼ਰਵ ਕਰਦਾ ਹੀ ਹਾਂ ਕਿ ਮੈਨੂੰ ਹਸਪਤਾਲ 20 ਘੰਟੇ ਨਾ ਵੇਟ ਕਰਨਾ ਪਵੇ। ਮੈਨੂੰ ਮੌਕਾ ਮਿਲਿਆ ਜਾਂਦਾ ਹੀ। ਦੈਟਸ ਰਾਈਟ। ਹੂ ਇਜ਼ ਰਿਸਪੌਂਸੀਬਲ ਫॉर दैट? ਥੀਸ ਆਰ ਦੀ ਪੋਲੀਟੀਸ਼ੀਅਨਸ। ਬਿਲਕੁਲ। ਸੋ ਪੋਲੀਟੀਸ਼ੀਅਨ ਜਿਹੜੇ ਆ ਉਹ ਜਵਾਬਦੇਹ ਹੋਣ ਸਾਡੇ, ਤੇ ਉਹਨਾਂ ਨੇ ਹੀ ਸਾਰਾ ਕੁਝ ਪਾਲਿਸੀ ਬਣਾਉਣੀ ਆ, ਜਿਹੜੀ ਪਾਲਿਸੀ ਤੇ ਚੱਲ ਕੇ ਸਾਡਾ ਸਿਸਟਮ 'ਚ ਸੁਧਾਰ ਆਉਣਾ, ਸਾਡੀ ਇਕਨੋਮੀ ਜਿਹੜੀ ਆ ਉਹਨੂੰ ਕੰਟਰੋਲ ਕੀਤਾ ਜਾਣਾ। ਅਸੀਂ ਤੁਸੀਂ ਗੱਲਾਂ ਕਰ ਸਕਦੇ ਹਾਂ, ਸੁਝਾਅ ਦੇ ਸਕਦੇ ਹਾਂ, ਸੁਣਦਾ ਉਹਨਾਂ ਨੂੰ ਕੋਈ ਨਹੀਂ, ਮੰਨਦਾ ਉਹਨਾਂ ਨੂੰ ਕੋਈ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ ਸਰ। ਕਿਵੇਂ ਚੱਲਦਾ ਹੈ ਜੀਵਨ ਦਾ ਚੱਕਰ? ਕੌਣ ਕਰਦਾ ਹੈ ਅਰਥਚਾਰੇ ਤੇ ਕੰਟਰੋਲ? ਆਰਥਿਕ ਮੁੱਦਿਆਂ ਦੀਆਂ ਪਰਤ ਦਰ ਪਰਤ ਤਿਹਾ ਫਰੋਲਦਾ ਪ੍ਰੋਗਰਾਮ ਅਰਥ ਸ਼ਾਸਤਰ, ਇੱਕ ਗੁੱਜਾ ਰਹੱਸ।